ਦਰਸ਼ਕੋ ਤੁਹਾਨੂੰ ਅੱਜ ਉਸ ਦੌਰ ਵਿੱਚ ਲੈ ਕੇ ਚੱਲਦੇ ਹਾਂ ਜਦੋਂ ਕੋਠੇ ਤੇ ਮੰਜੇ ਜੋੜ ਕੇ ਸਪੀਕਰ ਲਾਏ ਜਾਂਦੇ ਸੀ। ਉਸ ਵਿਰਾਸਤ ਨੂੰ ਸਾਂਭੀ ਬੈਠੇ ਨਾਭੇ ਦੇ ਇੱਕ ਗੀਤਕਾਰ ਵੀ ਨੇ, ਭੰਗੂ ਫਲੇੜੇ ਵਾਲਾ। ਉਹਨਾਂ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੀਰ ਜੀ। ਚੈਨਲ ਦੇਖ ਰਹੇ ਸਾਰੇ ਸਰੋਤੇ ਵੀਰਾਂ ਨੂੰ ਔਰ ਬਾਈ ਗੁਰਤੇਜ ਸਿੰਘ ਸਤੂਹੀ ਔਰ ਵਿਸ਼ੇਸ਼ ਤੌਰ ਤੇ ਬਾਈ ਲੋਕ ਗਾਇਕ ਬਾਈ ਤਰਸੇਮ ਸਿੱਧੂ, ਜਿਨ੍ਹਾਂ ਦੀ ਬਦੌਲਤ ਬਾਈ ਗੁਰਤੇਜ ਸਤੂਹੀ ਤੇ ਆਪਣੇ ਗ੍ਰਹਿ ਵਿਖੇ ਪਹੁੰਚੇ ਆ ਤੇ ਮੈਂ ਇਹਨਾਂ ਦਾ ਵੈਲਕਮ ਕਰਦਾ, ਜੀ ਆਖਦਾ ਜੀ। ਸੋ ਭੰਗੂ ਜੀ, ਸਭ ਤੋਂ ਪਹਿਲਾਂ ਇਹ ਦੱਸੋ, ਇੱਕ ਤਾਂ ਅੱਜ ਦੇ ਦੌਰ ਦੀ ਗਾਇਕੀ ਹੈ, ਗੀਤਕਾਰੀ ਹੈ, ਸੰਗੀਤ ਹੈ ਜਿਹੜਾ, ਇੱਕ ਜੇਕਰ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰੀਏ ਆਪਾਂ, ਜਦੋਂ ਕੋਠੇ ਤੇ ਮੰਜੇ ਜੋੜ ਕੇ ਸਪੀਕਰ ਲਾਏ ਜਾਂਦੇ ਸੀ, ਜਾਂ ਉਸ ਤੋਂ ਪਹਿਲਾਂ ਵੀ ਕੋਈ ਦੌਰ ਹੈ, ਜੇਕਰ ਆਜ਼ਾਦੀ ਤੋਂ ਪਹਿਲਾਂ ਗੱਲ ਕਰੀਏ, ਆਜ਼ਾਦੀ ਤੋਂ ਬਾਅਦ ਦੀ ਆਪਾਂ, ਤਾਂ ਕਿਹੜੇ ਗਾਇਕ ਹੁੰਦੇ ਸੀ, ਕਿਹੋ ਜਿਹੇ ਗਾਣੇ ਹੁੰਦੇ ਸੀ? ਜਦੋਂ ਆਹ ਮਸ਼ੀਨਾਂ, ਗ੍ਰਾਮੋਫੋਨ ਕਹਿ ਦਿੰਦੇ ਆ, ਜਾਂ ਪੱਥਰ ਵਾਲੇ ਤਵੇ ਹੁੰਦੇ ਸੀ, ਉਸ ਦੌਰ ਦੀ ਗੱਲਬਾਤ ਸਾਨੂੰ ਸੁਣਾਓ। ਗੁਰਤੇਜ ਵੀਰ ਜੀ, ਚੱਕ ਇਹ ਹੈ ਨਾ ਜੀ, ਜਿਹੜਾ ਸੰਗੀਤ ਹੈ ਸਾਡਾ, ਇਹ ਤਾਂ ਮੁੱਢ ਕਦੀਮੋਂ ਚੱਲਦਾ ਆ ਰਿਹਾ, ਕਿਉਂਕਿ ਜਿਹੜਾ ਸੰਗੀਤ ਹੈ, ਸੰਗੀਤ ਦੇ ਨਾਲ ਨਾਲ ਬੰਦੇ ਦੀ ਜਾਂ ਉਹ ਐਨਰਜੀ ਆ, ਉਹ ਸੰਗੀਤ ਨਾਲ ਬਹੁਤ ਜ਼ਿਆਦਾ ਉੱਭਰਦੀ ਹੈ। ਜੇ ਆਪਾਂ ਗੱਲ ਕਰੀਏ ਪਿਛਲੇ ਸੰਗੀਤ ਦੀ, ਉਹਨਾਂ ਦੌਰਾਂ ਦੇ ਵਿੱਚ ਖੁੱਲ੍ਹੇ ਖਾੜੇ ਬਿਨਾਂ ਸਾਊਂਡ ਤੋਂ, ਜਿਹਨੂੰ ਆਪਾਂ ਗੇੜੇ ਵਾਲਾ ਗਾਉਣ ਕਹਿੰਦੇ ਸੀਗੇ, ਪਿੰਡਾਂ ਵਿੱਚ ਸੱਥਾਂ ਦੇ ਵਿੱਚ ਲੱਗਦੇ ਸੀ, ਜਾਂ ਅਲਗੋਜਿਆਂ ਵਾਲੀ ਗਾਇਕੀ, ਢੱਡ ਸਰੰਗੀ ਜਾਂ ਕਵਿਸ਼ਰੀ, ਇਹਨਾਂ ਦਾ ਦੌਰ ਚੱਲਦਾ ਸੀਗਾ। ਉਹਨਾਂ ਦੇ ਦੌਰ ਦੇ ਵਿੱਚ ਜਦੋਂ ਪੱਥਰ ਦੇ ਰਿਕਾਰਡ ਆਉਣ ਲੱਗੇ ਨੇਗੇ, ਉਦੋਂ ਗਿਣਵੇਂ ਚੁਣਵੇਂ ਜਿਹੜੇ ਕਲਾਕਾਰ ਸੀ, ਜਿਵੇਂ ਢਾਡੀ ਵਾਰਾਂ ਗਾਉਣ ਵਾਲੇ ਜਾਂ ਕਵਿਸ਼ਰ, ਉਹਨਾਂ ਨੂੰ ਰਿਕਾਰਡ ਕੀਤਾ ਜਾਂਦਾ ਸੀ। ਜਿਵੇਂ ਹੁਣ ਪਿੱਛੇ ਰਿਕਾਰਡ ਚੱਲ ਰਿਹਾ, ਇਹਦੇ ਇੱਕ ਪਾਸੇ ਇੱਕੋ ਗੀਤ ਰਿਕਾਰਡ ਹੁੰਦਾ ਸੀਗਾ, ਇਹਨੂੰ ਪੱਥਰ ਦੇ ਰਿਕਾਰਡ ਕਹਿੰਦੇ। ਸਿਆਣੇ ਬਜ਼ੁਰਗ ਅੱਜ ਕੱਲ੍ਹ ਦੇ ਜੋ ਸਾਡੇ ਨੌਜਵਾਨ ਨੇ, ਇਹ ਲੱਖ ਦਾ ਰਿਕਾਰਡ ਹੁੰਦਾ ਜੀ। ਫਿਰ ਇਹ 'ਤੇ ਦੋ ਪਾਸੇ ਰਿਕਾਰਡ ਹੋਣ ਲੱਗ ਗਏ ਜੀ। ਉਦੋਂ ਜਿਹੜਾ ਦੌਰ ਸੀਗਾ, ਸਪੀਕਰ ਲੱਗਦੇ ਸੀ ਮੰਜੇ ਜੋੜ ਕੇ, ਨਾ ਤਾਂ ਉਦੋਂ ਕੋਈ ਸਾਡੇ ਸੰਗੀਤ ਦਾ ਕੋਈ ਇੰਨਾ ਸੋਰਸ ਹੈ ਹੀ ਨਹੀਂ ਸੀਗਾ, ਵੀ ਇੱਕ ਸਪੀਕਰ ਹੀ ਸੀਗਾ, ਜਾਂ ਖੁੱਲ੍ਹੇ ਖਾੜੇ ਪਿੰਡਾਂ ਦੇ ਵਿੱਚ ਲੱਗਦੇ ਸੀਗੇ ਗੀੜੇ ਵਾਲੇ ਗਾਉਣ ਦੇ ਕਵਿਸ਼ਰ, ਜਿਹੜੇ ਕਿ ਹਿੱਕ ਦੇ ਜ਼ੋਰ ਨਾਲ ਗਾਉਂਦੇ ਸੀ, ਜਿਵੇਂ ਹੀਰ ਰਾਂਝੇ, ਮਿਰਜ਼ਾ ਸਾਹਿਬਾਂ, ਸੱਸੀ ਪੁੰਨੂ, ਉਹਨਾਂ ਦੀਆਂ ਵਾਰਾਂ ਨੂੰ ਗਾਉਂਦੇ ਸੀਗੇ। ਜਾਂ ਫਿਰ ਢਾਡੀ ਦਰਬਾਰ ਲੱਗਦੇ ਸੀ, ਜਿੱਥੇ ਕਿ ਸਾਡੇ ਗੁਰੂਆਂ ਪੀਰਾਂ ਦੀਆਂ, ਸਾਡੇ ਯੋਧਿਆਂ ਦੇ ਵਾਰਾਂ ਨੂੰ ਗਾ ਕੇ ਇਹ ਸਾਡੇ ਸੂਰਮਿਆਂ ਨੂੰ ਜਾਂ ਸਾਡੇ ਯੋਧਿਆਂ ਨੂੰ ਐਨਰਜੀ ਮਿਲਦੀ ਸੀਗੀ। ਅਤੇ ਜਾਂ ਉਦੋਂ ਰਾਜੇ ਮਹਾਰਾਜਿਆਂ ਦੇ ਦੌਰ ਦੇ ਵਿੱਚ ਉਹਨਾਂ ਦੇ ਦਰਬਾਰੀ ਰਾਗੀ, ਕਵੀ ਇੱਦਾਂ ਦੇ ਰੱਖੇ ਹੁੰਦੇ ਸੀਗੇ, ਜਿਹੜੇ ਦਰਬਾਰ ਦੇ ਵਿੱਚ ਵੀ ਉੱਦਾਂ ਦੇ ਹਾਸ ਰਸ, ਵੀਰ ਰਸ, ਇੱਦਾਂ ਦੇ ਜਿਹੜੇ ਸੀਗੇ ਗਾਣੇ ਮਤਲਬ। ਸੋ ਇਹ ਜਿਹੜੇ ਰਿਕਾਰਡ ਤੁਸੀਂ ਅੱਜ ਇੰਨਾ ਅਨਮੋਲ ਖਜ਼ਾਨਾ ਜਿਹੜਾ ਤੁਸੀਂ ਸਾਂਭਿਆ ਹੋਇਆ ਹੈ, ਕਿੱਥੋਂ ਲੈ ਕੇ ਆਉਂਦੇ ਸੀ? ਉਸੋਂ ਵੀ ਇਸ ਤਰ੍ਹਾਂ ਬਾਜ਼ਾਰਾਂ 'ਚੋਂ ਮਿਲ ਜਾਂਦੇ ਸੀ, ਜਾਂ ਦੂਰੋਂ ਕਿਤੋਂ, ਜਾਂ ਮਸ਼ੀਨਾਂ, ਗ੍ਰਾਮੋਫੋਨ ਵਗੈਰਾ, ਕਿੱਥੋਂ ਤੁਸੀਂ ਸਾਰਾ ਇਹ ਸਿਸਟਮ ਲੈ ਕੇ ਆਏ? ਅਸਲ ਵਿੱਚ ਇਹ ਸਿਸਟਮ ਹੈ ਜਿਹੜਾ, ਜਿਵੇਂ ਇਹਦੇ ਬਾਰੇ ਗੱਲ ਕਰਾਂ, ਮੈਂ ਬਚਪਨ ਤੋਂ ਹੀ ਸ਼ੌਂਕ ਸੀਗਾ। ਇਹ ਮੇਰੇ ਸਤਿਕਾਰਯੋਗ ਪਿਤਾ ਜੀ ਸਵਰਗੀ ਮੁਖਤਿਆਰ ਸਿੰਘ ਜੀ, ਉਹਨਾਂ ਨੇ ਘਰ ਵੀ ਆਪਣੇ ਰੱਖਿਆ ਸੀ ਗ੍ਰਾਮੋਫੋਨ, ਜਿਹਦੇ ਉੱਪਰ ਜਿਹੜਾ ਇੱਕ ਮਾਡਲ ਪਿਆ ਪਿੱਛੇ, ਉਸ ਤਰ੍ਹਾਂ ਨਾਲ ਚਾਬੀ ਦੇ ਕੇ ਚੱਲਦਾ ਸੀਗਾ, ਕਿਉਂਕਿ ਉਹ ਥੋੜ੍ਹਾ ਜਿਹਾ ਪੀਣ ਖਾਣ ਦੇ ਬੜੇ ਸ਼ੌਕੀਨ ਸੀਗੇ। ਚਲੋ ਮੈਂ ਡਾਇਰੈਕਟ ਹੀ ਗੱਲ ਕਰਾਂ ਤਾਂ ਜਦੋਂ ਮਹਿਫਲ ਲਾ ਲੈਂਦੇ ਤਾਂ ਫਿਰ ਉਹ ਇਹ ਗਾਣਿਆਂ ਨੂੰ ਉਹਦੇ ਉੱਤੇ ਚਲਾ ਕੇ ਸੁਣਦੇ, ਅਤੇ ਉਦੋਂ ਸਾਡੀ ਵੀ ਥੋੜ੍ਹੀ ਜਿਹੀ ਰੁਚੀ ਹੋਈ। ਪਰ ਉਹਨਾਂ ਸਮਿਆਂ ਦੇ ਵਿੱਚ ਜਦੋਂ ਸਪੀਕਰ ਕਿਸੇ ਦੇ ਵਿਆਹ ਹੁੰਦਾ ਸੀ, ਮੰਗਣਾ ਹੁੰਦਾ ਸੀ, ਜਦੋਂ ਆਪਾਂ ਕਹਿੰਦੇ ਅੱਜ ਫਲਾਣੇ ਦੇ ਸਾਕ ਹੋਊਗਾ ਜੀ, ਹੁਣ ਤਾਂ ਆਪਾਂ ਕਹਾਂਗੇ ਰੋਕ ਹੋਣੀਆਂ ਫਲਾਣਾ ਜੀ, ਪਤਾਸੇ ਵੰਡੇ ਜਾਂਦੇ, ਸਪੀਕਰ ਲੱਗ ਜਾਂਦਾ 5-5 6-6 ਦਿਨ, ਮਤਲਬ ਕਿ ਉਦੋਂ ਪੂਰਾ ਵਿਆਹ ਦੇ ਵਿੱਚ ਗਹਿਮਾ ਗਹਿਮੀ ਹੁੰਦੀ ਸੀ ਅਤੇ ਸਪੀਕਰ ਲੱਗਿਆ ਵਾ ਸੀ। ਉਦੋਂ ਫਿਰ ਅਸੀਂ ਛੋਟੇ ਹੁੰਦੇ ਸੀ, ਸਪੀਕਰ ਲੱਗਦਾ ਤਾਂ ਸਪੀਕਰ ਵਾਲੇ ਦੇ ਆਲੇ ਦੁਆਲੇ ਜਾ ਕੇ ਅਸੀਂ ਬੈਠ ਜਾਣਾ, ਅਤੇ ਸਪੀਕਰ ਨੂੰ ਕਹਿਣਾ, ਭਾਈ ਤੈਨੂੰ ਚਾਹ ਲਿਆ ਕੇ ਦੇਈਏ, ਬਾਈ ਤੈਨੂੰ ਪਾਣੀ ਲਿਆ ਕੇ ਦੇਈਏ। ਜਦੋਂ ਰਿਕਾਰਡ ਬਦਲਦਾ ਨਾ, ਇੱਕ ਰਿਕਾਰਡ ਦੇ ਬਾਅਦ ਦੇ ਵਿੱਚ ਉਹ ਸੂਈ ਬਦਲਦਾ, ਜਦੋਂ ਸੂਈ ਬਦਲ ਕੇ ਉਹ ਇੱਕ ਸੂਈ ਕੱਢ ਕੇ ਮੂੰਹ ਦੇ ਵਿੱਚ ਲੈ ਲੈਂਦਾ, ਅਤੇ ਦੂਜੀ ਉਹ ਐਂ ਭਗਾ ਕੇ ਮਾਰਦਾ, ਜਦੋਂ ਸੜਦਾ ਫਿਰ ਰੇਤੇ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਕੋਲ ਸੂਈ ਲੱਭਣ ਲਈ ਵੀ ਬਹੁਤ ਮਤਲਬ ਜੱਦੋ ਜਹਿਦ ਕਰਦੇ। ਪਰ ਜਦੋਂ ਉਹ ਡੱਬੀ ਹੁੰਦੀ, ਕਿ ਨੀਲੇ ਰੰਗ ਦੀ ਡੱਬੀ ਹੁੰਦੀ, ਜਿਹੜੇ ਮਤਲਬ ਹੋਣਗੇ ਬੰਦੇ, ਚਲੋ ਮੇਰੇ ਉਮਰ ਦੇ ਲਾ ਲਓ ਜਾਂ ਉਦੋਂ ਪਹਿਲਾਂ, ਇੱਕ ਨੀਲੇ ਰੰਗ ਦੀ ਡੱਬੀ ਹੁੰਦੀ, ਜਿਹੜੀ ਸੂਈਆਂ ਹੁੰਦੀਆਂ ਸੀ। ਜੇ ਕਿਤੇ ਉਹ ਸੂਈ ਡੱਬੀ ਦੇ ਦਿੰਦਾ ਨਾ, ਤਾਂ ਫਿਰ ਤਾਂ ਵੀ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ। ਵੀ ਜੇ ਮੈਂ ਗੱਲ ਕਰਾਂ ਸਪੀਕਰ ਵਾਲੇ ਭਰਾਵਾਂ ਦੀ, ਜੇ ਅੱਜ ਦੇ ਦੌਰ 'ਚ ਆਪਾਂ ਉਹਨੂੰ ਜਾਣਨ ਦੀ ਇੱਛਾ ਸੀਗੀ, ਹਾਂਜੀ, ਅਤੇ ਉਦੋਂ ਸਪੀਕਰ ਵਾਲੇ ਭਰਾ ਦੀ ਇੰਨੀ ਹੀ ਆਓ ਭਗਤ ਹੁੰਦੀ ਸੀਗੀ, ਉਹਦੇ ਲਈ ਸਪੈਸ਼ਲ ਕਮਰਾ, ਔਰ ਜਿੱਥੇ ਉਹਨੂੰ ਬਿਠਾਉਣਾ ਮੰਜਾ, ਉਹਦੇ ਉੱਤੇ ਬਿਸਤਰਾ ਵਿਛਾ ਕੇ, ਕੋਲ ਪਾਣੀ ਦਾ ਘੜਾ, ਜੇ ਉਹ ਪੀਂਦਾ ਖਾਂਦਾ ਉਹਦੇ ਲਈ ਉੱਦਾਂ ਦੇ ਸਮਾਨ ਵੀ, ਲੱਡੂ,
ਮਤਲਬ ਕਿ ਘਰ ਦਾ ਕੋਈ ਨਾ ਕੋਈ ਮੈਂਬਰ ਉਹਨੂੰ ਐ ਪੁੱਛਦਾ ਰਹਿੰਦਾ ਸੀ ਬਈ ਕਿਸੇ ਦੀ ਲੋੜ ਹੈ। ਫਿਰ ਉਹਨੇ ਸਮੇਂ-ਸਮੇਂ ਦੇ ਹਿਸਾਬ ਨਾਲ ਜੇ ਮੇਲ ਆ ਗਿਆ ਤਾਂ ਮੇਲ ਵਾਲਾ ਗੀਤ ਲਾ ਦੇਣਾ, ਜਦੋਂ ਕੋਈ ਨਾ ਹੋਰ ਕੁਛ ਆ ਗਿਆ ਜਿੱਦਾਂ ਜੇ ਨਾਈ ਧੋਈ ਹੋਈ ਤਾਂ ਨਾਈ, ਮਤਲਬ ਉਹਨੇ ਸਮੇਂ-ਸਮੇਂ ਦੇ ਹਿਸਾਬ ਨਾਲ ਉਹਨੇ ਜਿੱਦਾਂ ਦਾ ਮਾਹੌਲ ਹੁੰਦਾ ਸੀ ਉਦਾਂ ਦੇ ਗੀਤ ਲਾ ਦਿੰਦੇ ਸੀ। ਠੀਕ ਹੈ। ਤੇ ਉਸ ਟਾਈਮ ਦੇ ਵਿੱਚ ਜਦੋਂ ਰਿਕਾਰਡਿੰਗ ਹੁੰਦੀ ਸੀ, ਜਿਵੇਂ ਅੱਜ ਦੇ ਦੌਰ 'ਚ ਸਟੂਡੀਓ ਨੇ, ਜੋ ਰਿਕਾਰਡਿੰਗ ਹੁੰਦੀ ਸੀ ਉਹ ਕਿੱਦਾਂ ਹੁੰਦੀ ਸੀ? ਹੁੰਦੀ ਤਾਂ ਉਹ ਵੀ ਸਟੂਡੀਓ ਜਦੋਂ ਜ਼ਿਆਦਾਤਰ ਇੱਕ ਬਰਮਾ ਗ੍ਰਾਮੋਫੋਨ ਦੇ ਹੁੰਦੇ ਸੀ ਪੱਥਰ ਦੇ ਰਿਕਾਰਡ। ਉਹ ਕਹਿੰਦੇ ਜੀ ਮੈਂ ਉਹਨਾਂ ਬਾਰੇ ਸੁਣਿਆ ਜਿੰਨੀ ਕੁ ਮੈਨੂੰ ਨੌਲੇਜ ਮਿਲੀ ਵੀ ਉਹਨਾਂ ਨੇ ਇੱਕ ਕੱਚਾ ਕੋਠਾ ਸੀਗਾ ਇੱਕ, ਤੇ ਮੋਗੇ ਦੀ ਸੀ ਉਹ ਬਰਮਾ ਵਾਲਿਆਂ ਦੀ। ਉਹ ਕਹਿੰਦੇ ਜਦੋਂ ਰਾਤ ਹੋ ਜਾਂਦੀ ਸੀਗੀ ਨਾ, ਰਾਤ ਨੂੰ ਰਿਕਾਰਡਿੰਗ ਕਰਦੇ ਬਾਹਰੋਂ ਕੋਈ ਆਵਾਜ਼ ਨਾ ਆਵੇ। ਤੇ ਉਸ ਤੋਂ ਬਾਅਦ ਤਾਂ ਫਿਰ HMB ਨੇ ਵੀ, ਜਿਵੇਂ ਕੋਲੰਬੀਓ ਹੋਰ ਬਹੁਤ ਸਾਰੀਆਂ ਕੰਪਨੀਆਂ ਜਿਹਨੇ ਰਿਕਾਰਡਿੰਗ ਕਰਨਗੇ ਬਕਾਇਦਾ ਤੌਰ 'ਤੇ ਸਟੂਡੀਓ ਦੇ ਵਿੱਚ। ਪਰ ਉਦੋਂ ਬੜਾ ਜੱਦੋ ਜਹਿਦ ਹੁੰਦਾ ਸੀ ਕਿਉਂ ਗਾਣੇ ਸਿਰਫ ਇੱਕ ਜਾਂ ਦੋ ਹੀ ਰਿਕਾਰਡ ਹੁੰਦੇ ਸੀ, ਜਿਵੇਂ ਉਦੋਂ ਅਮਰ ਸਿੰਘ ਸ਼ੌਂਕੀ, ਰਟੰਡੇ ਵਾਲੇ ਢਾਡੀ ਔਰ ਇਹਨਾਂ ਦੇ ਮਤਲਬ ਸਭਾਂ ਬਾਜਾਂ ਮਾਰਦੇ ਹੋਰ ਇੱਦਾਂ ਦੇ ਚੱਲਦੇ ਸੀਗੇ। ਜਦੋਂ ਇਹ ਪੱਥਰ ਦੇ ਯੁੱਗ ਦੇ ਰਿਕਾਰਡ, ਜਦੋਂ ਫਿਰ ਆਪਣੇ ਇਹ ਪਲਾਸਟਿਕ ਵਾਲੇ ਬਣਨ ਲੱਗੇ, ਫਿਰ ਉਹਨਾਂ ਦੇ ਵਿੱਚ ਦੋ ਹੋਣ ਲੱਗੇ ਵਿੱਚ। ਪੱਥਰ ਵਾਲੇ ਤਵਿਆਂ ਦਾ ਦੌਰ ਹੈ ਜਿਹੜਾ, ਉਹ ਕਦੋਂ ਤੋਂ ਕਦੋਂ ਤੱਕ ਚੱਲਿਆ ਲਗਭਗ? ਇਹਦੇ ਬਾਰੇ ਮੈਂ ਕੋਈ ਅਸਲ ਮਤਲਬ ਮੈਂ ਮੇਰੇ ਮਾਈਂਡ ਦੇ ਨਾਲ ਮੈਂ ਕਹਿ ਨਹੀਂ ਸਕਦਾ, ਕਿਉਂਕਿ ਮੈਂ ਜ਼ਿਆਦਾ ਇਹਨਾਂ ਸੰਧੀ ਮੈਂ ਕੋਈ ਕੰਫਰਮ ਨਹੀਂ ਕਰ ਸਕਦਾ। ਪਰ ਵੀ ਜਿੰਨਾ ਚਿਰ ਉਹ ਦੌਰ ਰਿਹਾ, ਉਹ ਇੱਕ ਸ਼ਾਹੀ ਦੌਰ ਸੀਗਾ ਜੀ, ਔਰ ਕਲਾਕਾਰਾਂ ਦੀ ਇੰਨੀ ਇੱਜ਼ਤ ਹੁੰਦੀ ਸੀ। ਕਹਿੰਦੇ ਵਿਆਹ ਤੋਂ ਪਹਿਲਾਂ ਮਤਲਬ ਜਿਵੇਂ ਰੇਡੀਓ ਵਾਲਾ ਜਾਂ ਰੇਡੂ ਵਾਲਾ ਕਹਿੰਦਾ ਵੀ ਸਾਈ ਬੁੱਕ ਹੁੰਦੀ ਸੀ। ਹਾਂ ਬਿਲਕੁਲ, ਸਾਈ ਬੁੱਕ ਕਰਵਾਈ ਜਾਂਦੀ ਸੀ। ਔਰ ਕਈ ਵਾਰ ਜਿਹੜਾ ਪਾਰਟੀ ਸੀ ਉਹ ਇਹ ਵੀ ਕਹਿੰਦੀ ਭਾਈ ਤੇਲੇ ਫਲਾਣੇ ਰਿਕਾਰਡ ਹੈਗੇ, ਜੇ ਉਹ ਹੈਗੇ ਤਾਂ ਫਿਰ ਸਾਡੀ ਸਾਈ ਤੋਂ ਬੁੱਕ ਕਰ ਲੈ। ਫਿਰ ਉਹਦਾ ਆਪਣਾ ਪ੍ਰੋਫੈਸ਼ਨਲ ਤੌਰ 'ਤੇ ਬੰਦਾ ਆਉਂਦਾ, ਕਿਉਂਕਿ ਉਦੋਂ ਨਾ ਤਾਂ ਕੋਈ ਗੱਡੀ ਸੀ ਨਾ ਕੋਈ ਉਹਨੇ ਇੱਕ ਸਾਈਕਲ ਦੇ ਉੱਪਰ ਇੱਕ ਲੱਕੜ ਦਾ ਜਾਂ ਲੋਹੇ ਦਾ ਬਕਸਾ ਹੁੰਦਾ ਸੀ, ਉਹ ਪਿੱਛੇ ਰੱਖਿਆ ਹੁੰਦਾ, ਉਹਦੇ ਉੱਪਰ ਬੈਟਰੀ ਹੁੰਦੀ ਸੀਗੀ ਰੱਖੀ ਹੋਈ, ਅਤੇ ਮੂਹਰੇ ਉਹਨੇ ਆਪਣੇ ਹਾਰਨ ਦਾ ਜਿਹੜਾ ਇੱਕ ਜਾਂ ਦੋ ਸਾਈਕਲ ਦੇ ਸਟੈਂਡ ਦੇ ਵਿੱਚ ਟੰਗੇ ਹੁੰਦੇ ਸੀਗੇ, ਅਤੇ ਉਹ ਵਿਆਹ ਦੇ ਘਰ ਪਹੁੰਚ ਜਾਂਦਾ ਸੀ। ਹਾਂਜੀ। ਜੇਕਰ ਪੰਗੂ ਸਾਹਿਬ ਅੱਜ ਦੇ ਦੌਰ ਦੀ ਗੱਲ ਕਰੀਏ, ਇੱਕ ਉਹ ਦੌਰ ਜਦੋਂ ਗੀਤਕਾਰ ਭਾਵੇਂ ਗਾਇਕ ਹੋਵੇ, ਇੱਕ ਸ਼ੁੱਧਤਾ ਹੁੰਦੀ ਸੀਗੀ, ਇੱਕ ਸਮਾਜ ਦਾ ਪੱਖ ਜਿਹੜਾ ਇਮਾਨਦਾਰੀ ਨਾਲ ਪੇਸ਼ ਕੀਤਾ ਜਾਂਦਾ ਸੀ। ਤੁਸੀਂ ਸਮਝਦੇ ਹੋ ਗੀਤ ਸੁਣ ਕੇ ਉਹਦੀ ਵਿਅਕਤਿਕ ਕਹਾਣੀ ਹੁੰਦੀ ਸੀਗੀ ਪੂਰੀ। ਅਤੇ ਇੱਕ ਅੱਜ ਦੇ ਦੌਰ ਦਾ ਜਿਹੜਾ ਹੈਗਾ, ਉਸ ਦੌਰ ਅਤੇ ਇਸ ਦੌਰ ਦੇ ਵਿੱਚ ਅੰਤਰ ਕੀ ਸਮਝਦੇ ਹੋ ਤੁਸੀਂ? ਤੁਸੀਂ ਸਾਹਿਬ ਗੱਲ ਇਹ ਹੈ ਵੀ ਜਦੋਂ ਉਦੋਂ ਚਾਹੇ ਗੀਤਕਾਰ ਸੀ, ਚਾਹੇ ਉਹ ਸੰਗੀਤਕਾਰ ਆ, ਚਾਹੇ ਗਾਇਕ, ਉਹਨਾਂ ਦੇ ਪੂਰੇ ਸਮੇਲ ਦੇ ਨਾਲ ਉਹ ਗੀਤ ਦੀ ਪੜਚੋਲ ਕੀਤੀ ਜਾਂਦੀ ਸੀ। ਪਰ ਜਦੋਂ ਗੀਤਕਾਰ ਲਿਖਦਾ ਸੀ ਨਾ ਆਪਣੇ ਗੀਤਾਂ ਨੂੰ, ਉਹ 5-4 ਬੰਦਿਆਂ ਵਿੱਚ ਆਪਣੇ ਜਿਹੜੇ ਵੀ ਸਮਕਾਲੀ ਹੁੰਦੇ ਸੀ ਉਹਨਾਂ ਨੂੰ ਸੁਣਾਉਂਦਾ ਸੀਗਾ ਵੀ ਆਹ ਗੀਤ ਮੈਂ ਲਿਖਿਆ ਜੀ, ਇਹਦੇ ਵਿੱਚ ਕੋਈ ਘਾਟ ਵਾਧ ਹੈਗੀ। ਤਾਂ ਉਸ ਤੋਂ ਬਾਅਦ ਫਿਰ ਉਹ ਗੀਤ ਰਿਕਾਰਡ ਕਰਾਉਣ ਦੇ ਯੋਗ ਬਣਦਾ ਸੀਗਾ ਕਿ ਔਰ ਉਹਦੇ ਵਿੱਚ ਸਾਡੀ ਵਿਰਾਸਤ ਨੂੰ, ਸਾਡੀ ਸੱਭਿਅਤਾ ਨੂੰ, ਸਾਡੀਆਂ ਜਿਹੜੇ ਘਰੇਲੂ ਸਾਡੇ ਮਨੁੱਖਤਾ ਜੀਵਨ ਨਾਲ ਖਹਿ ਕੇ ਚੱਲਣ ਵਾਲੇ ਪੱਖ ਉਹਦੇ ਵਿੱਚ ਰੱਖੇ ਜਾਂਦੇ ਸੀ, ਜਿਹਦੇ ਵਿੱਚ ਮੀਆਂ ਬੀਬੀ ਦਾ ਝਗੜਾ ਜਾਂ ਉਹਨਾਂ ਦੇ ਪਿਆਰ ਦੀ, ਹਾਂ, ਅਤੇ ਉਹਦਾ ਜੇਠ ਭਰਜਾਈ ਦਾ, ਜੀਜੇ ਸਾਲੀ ਦੇ, ਦਿਓਰ ਜੇਠ ਦੇ, ਜਾਂ ਅਮਲੀ ਦੇ ਉਹਦੇ ਘਰ ਵਾਲੀ ਦੇ ਲਾ ਲਓ, ਸ਼ਰਾਬੀਆਂ ਦੇ ਲਾ ਲਓ, ਜਾਂ ਖੇਤਾਂ 'ਚ ਭੱਤਾ ਲੈ ਕੇ ਜਾਂਦੇ ਮੁਟਿਆਰਾਂ ਦੇ, ਉੱਦਾਂ ਦੇ ਮਤਲਬ ਸਾਡੇ ਜੀਵਨ ਨਾਲ ਜੋ ਬੀਤਦਾ ਸੀਗਾ ਉਹਨਾਂ ਨੂੰ ਗੀਤਾਂ ਵਿੱਚ ਗੀਤਕਾਰ ਲਿਖਦਾ ਸੀ। ਔਰ ਉਹਨਾਂ ਦੀ ਚੋਣ ਵੀ ਬਕਾਇਆ ਤੌਰ ਤੇ ਸੰਗੀਤਕਾਰ ਤੱਕ ਉਹਦੀ ਚੋਣ ਹੁੰਦੀ ਸੀ। ਪਹਿਲਾਂ ਗੀਤ ਦੀ ਚੋਣ ਹੁੰਦੀ ਸੀਗੀ, ਉਸ ਤੋਂ ਬਾਅਦ ਉਹਨੂੰ ਰਿਕਾਰਡਿੰਗ ਦੇ ਲਈ ਰੱਖਿਆ ਜਾਂਦਾ ਸੀ। ਔਰ ਉਸ ਤੋਂ ਬਾਅਦ ਜਦੋਂ ਤਵਿਆਂ ਦਾ ਪਲਾਸਟਰਾਂ ਯੁੱਗ ਆਇਆ, ਜਿਵੇਂ ਉਦੋਂ ਉਹਨਾਂ ਦੇ ਦੌਰ ਦੇ ਵਿੱਚ ਮੁਹੰਮਦ ਸਦੀਕ ਸਾਹਿਬ, ਕੁਲਦੀਪ ਮਾਨਕ ਸਾਹਿਬ, ਕਰਤਾਰ ਰਮਲਾ, ਦਿਦਾਰ ਸੰਧੂ, ਜਾਂ ਆਪਾਂ ਚਾਂਦੀ ਰਾਮ ਚਾਂਦੀ, ਜਿਨ੍ਹਾਂ ਨੇ ਲੈ ਜਾ ਛੱਲੀਆਂ ਭਨਾ ਨਹੀਂ ਦਾਣੇ, ਮਿੱਤਰਾ ਦੂਰ ਦਿਆ, ਇਹਦੇ ਬਾਰੇ ਮੈਂ ਪੜ੍ਹਿਆ। ਕਹਿੰਦੇ ਜੀ ਇੱਕ ਬੁੱਕ ਅਸੀਂ ਲਿਖੀ ਹੋਈ ਹੈ ਹਰਦਿਆਲ ਸਿੰਘ ਥੂਈ ਦੀ, ਉਹਨਾਂ ਦੇ ਵਿੱਚ ਉਹਨੇ ਕਿਹਾ ਵੀ ਜਦੋਂ ਇਹਨਾਂ ਨੂੰ ਆਪਣੇ ਇੰਦਰਜੀਤ ਹਸਨਪੁਰੀ ਸਾਹਿਬ ਨੇ ਇਹਨਾਂ ਨੂੰ ਰਿਕਾਰਡ ਕੀਤਾ, ਇਹਨਾਂ ਦੇ ਗੀਤ ਉਹਨਾਂ ਨੇ ਤਿਆਰ ਕੀਤੇ। ਉਹ ਕਹਿੰਦਾ ਵੀ ਜਿਹੜਾ ਲੈ ਜਾ ਛੱਲੀਆਂ ਭਨਾ ਲਈ ਦਾਣੇ, ਜਦੋਂ ਅਸੀਂ ਟ੍ਰੇਨ 'ਚ ਜਾ ਰਹੇ ਸੀਗੇ ਵੀ ਟ੍ਰੇਨ 'ਚ ਜਾਂਦੇ ਜਾਂਦੇ ਗੀਤ ਲਿਖਿਆ ਅਤੇ ਉਹ ਗੀਤ ਰਿਕਾਰਡ ਕਰਵਾਇਆ, ਵੀ ਸਭ ਤੋਂ ਵੱਧ ਪੋਪੂਲਰ ਹੋਇਆ, ਵੀ ਉਹ ਅੱਜ ਵੀ ਆਪਾਂ ਰੇਡੀਓ 'ਤੇ ਵੱਜਦਾ ਸੁਣਦੇ ਸੀ ਉਹਦਾ ਵੀ ਉਦੋਂ ਗੀਤਾਂ ਨੂੰ ਸਾਡੇ ਸਮਾਜ ਦੇ ਨਾਲ, ਸਾਡੀ ਸੱਭਿਅਤਾ ਦੇ, ਪੰਜਾਬੀ ਸ਼ਬਦ ਦੇ ਸੱਭਿਆਚਾਰ ਦੇ ਸ਼ਬਦਾਂ ਨੂੰ ਦੀ ਪੜਚੋਲ ਕਰਕੇ ਉਹਨਾਂ ਦੇ ਗੀਤ ਲਿਖੇ ਜਾਂਦੇ ਸੀਗੇ। ਸੋ ਜੇਕਰ ਆਪਾਂ ਗੱਲ ਕਰੀਏ ਸਰਕਾਰਾਂ ਦੀ ਜਾਂ ਸਮਾਜ ਦੀ, ਜਿਨ੍ਹਾਂ ਲੋਕਾਂ ਨੇ ਬਹੁਤ ਅੱਛੇ ਗਾਇਕ ਵੀ ਹੋਏ ਨੇ, ਗੀਤਕਾਰ ਵੀ ਹੋਏ ਨੇ, ਜਿਨ੍ਹਾਂ ਨੇ ਵਿਰਸਾ ਸੰਭਾਲਿਆ ਹੈ, ਸਮੇਂ ਦੀਆਂ ਸਰਕਾਰਾਂ ਨੇ ਜਿਹੜੀਆਂ ਜਾਂ ਸਮਾਜ ਹੈ, ਕਿੰਨਾ ਕੁ ਮਾਣ ਸਤਿਕਾਰ ਦਿੱਤਾ ਹੈ?
ਗੁਰਤੇਜ ਵੀ ਜੀ, ਜੇ ਆਪਾਂ ਸਰਕਾਰਾਂ ਦੀ ਗੱਲ ਕਰੀਏ ਨਾ, ਸਾਡੇ ਪੰਜਾਬੀ ਸੱਭਿਅਤਾ ਨੂੰ, ਸਾਡੀ ਵਿਰਾਸਤ ਜਾਂ ਵਿਰਸੇ ਨੂੰ ਸਰਕਾਰ ਤਾਂ ਕੋਈ ਵੀ ਹੈਗੀ, ਕਿਸੇ ਨੇ ਸੰਭਾਲਣ ਦੀ ਕੋਸ਼ਿਸ਼ ਬਿਲਕੁਲ ਨਹੀਂ ਕੀਤੀ। ਜਿਵੇਂ ਹੁਣ ਤੁਸੀਂ ਆਹ ਲਾ ਲਓ, ਮੈਂ ਜਿੰਨਾ ਕੁ ਮੈਂ ਸੰਭਾਲ ਕੇ ਰੱਖਿਆ ਹੋਇਆ, ਜਾਂ ਕੁਝ ਪੁਰਾਣੇ ਰਿਕਾਰਡ ਨੇ, ਜਾਂ ਰੇਡੀਓ ਨੇ, ਟੇਪ ਰਿਕਾਰਡਾਂ ਨੇ, VCR ਹੈ, ਤਵੇ, ਜੋ ਵੀ ਮੈਂ ਸੰਭਾਲ ਕੇ ਰੱਖਿਆ, ਇਹ ਮੈਂ ਆਪਣੇ ਤੌਰ 'ਤੇ ਰੱਖੇ ਨੇ ਆਪਣੇ ਸ਼ੌਂਕ ਦੇ ਲਈ। ਅਤੇ ਹੁਣ ਮੇਰੇ ਵਰਗੇ ਹੋਰ ਬਹੁਤ ਨੇ ਜਿਨ੍ਹਾਂ ਨੇ ਸੰਭਾਲ ਕੇ ਰੱਖੇ ਹੋਏ ਨੇ, ਬੜੇ ਧਨੰਤਰ ਵੀ ਪਏ ਨੇ ਇਹ ਲੈਣ ਦੇ ਵਿੱਚ, ਜਿਨ੍ਹਾਂ ਨੇ A to Z ਬੜੇ ਮਤਲਬ ਜਦੋਂ ਤੋਂ ਸ਼ੁਰੂ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਰਿਕਾਰਡ ਸੰਭਾਲ ਕੇ ਰੱਖੇ ਹੋਏ ਨੇ। ਪਰ ਸਾਡੀ ਸਰਕਾਰ ਨੇ ਇੱਦਾਂ ਦੀ ਕੋਈ ਨਾ ਕੋਈ ਲਾਇਬ੍ਰੇਰੀ, ਇੱਦਾਂ ਦਾ ਕੋਈ ਵੀ ਜਾਂ ਮੰਚ ਤਿਆਰ ਨਹੀਂ ਕੀਤਾ ਜਿਹਦੇ ਵਿੱਚ ਇਹ ਸਾਡੀ ਵਿਰਾਸਤ ਨੂੰ, ਸਾਡੇ ਸੱਭਿਆਚਾਰ ਨੂੰ ਸਾਂਭਿਆ ਜਾ ਸਕੇ। ਕਿਉਂਕਿ ਹੁਣ ਜੇ ਆਪਾਂ ਗੱਲ ਕਰੀਏ ਇਹਨਾਂ ਸਾਡੇ ਸੱਭਿਅਤਾ ਦੀ, ਤਾਂ ਮੁਹੰਮਦ ਸਦੀਕ ਸਾਹਿਬ ਲਾ ਲਓ, ਚਾਂਦੀ ਰਾਮ ਲਾ ਲਓ, ਦੀਦਾਰ ਸੰਧੂ, ਉਹਨਾਂ ਨੇ ਸਾਡੇ ਵਿਰਸੇ ਨੂੰ, ਜਗਮੋਹਨ ਕੌਰ ਕੇਦੀਪ, ਉਹਨਾਂ ਨੇ ਕਿੰਨਾ ਲਿਟਰੇਚਰ ਗਾਇਆ, ਕਿੰਨਾ ਮੈਟਰ ਗਾਇਆ। ਔਰ ਉਸ ਤੋਂ ਬਾਅਦ ਕੁਲਦੀਪ ਮਾਣਕ ਸਾਹਿਬ, ਜਿਹਨੂੰ ਆਪਾਂ ਕਲੀਆਂ ਦਾ ਬਾਦਸ਼ਾਹ ਕਹਿੰਦੇ ਹਾਂ। ਵੈਸੇ ਉਹਨਾਂ ਨੇ ਸਭ ਤੋਂ ਵੱਧ ਲੋਕ ਕਥਾਵਾਂ ਗਾਈਆਂ ਨੇ, ਕਿ ਉਹਨਾਂ ਦੀ ਕਲੀਆਂ ਦੀ ਗੱਲ ਕਰੀਏ, ਕਲੀਆਂ ਉਹਨਾਂ ਦੇ ਤਕਰੀਬਨ ਜਿੰਨਾ ਵੀ ਉਹਨੇ ਹੁਣ ਤੱਕ ਗਾਇਆ, ਦੁਗਾਣੇ ਗਾਏ, 12-13 ਕ ਕਲੀਆਂ ਗਾਈਆਂ ਹੋਈਆਂ ਨੇ। ਅਤੇ ਬਾਕੀ ਸਾਰੇ ਲੋਕ ਕਿੱਸੇ ਨੇ, ਲੋਕ ਕਥਾਵਾਂ ਨੇ ਜੋ ਉਹਨਾਂ ਨੇ ਰਿਕਾਰਡ ਕਰਵਾਈਆਂ। ਔਰ ਸੁਰਿੰਦਰ ਸ਼ਿੰਦਾ ਜੀ, ਜਿਨ੍ਹਾਂ ਨੇ ਪੰਜਾਬੀ ਕਾਵ ਕਿੱਸੇ, ਜਿਵੇਂ ਮਿਰਜ਼ਾ ਸਾਹਿਬਾਂ, ਜਿਉਣਾ ਮੋੜ, ਦੁੱਲਾ ਭੱਟੀ, ਕੌਲਾਂ, ਇੱਦਾਂ ਦੇ ਮਤਲਬ ਕਿੱਸੇ ਰਿਕਾਰਡ ਕੀਤੇ। ਪਰ ਉਹਨਾਂ ਨੂੰ ਸਾਡੇ ਸਰਕਾਰਾਂ ਨੇ ਸੰਭਾਲਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਜੇ ਹੁਣ ਕੁਲਦੀਪ ਮਾਣਕ ਸਾਹਿਬ ਚਲੇ ਗਏ ਤਾਂ ਉਹਨਾਂ ਦੀ ਵਿਰਾਸਤ ਵੀ ਦਿਨੋਂ ਦਿਨ ਖਤਮ ਹੁੰਦੀ ਜਾਂਦੀ ਹੈ। ਔਰ ਸਾਡੇ ਜਿਹੜੇ ਸੱਭਿਅਤਾ ਅੱਜ ਦਾ ਯੁੱਗ ਹੈ, ਜਿਵੇਂ ਅੱਜ ਦਾ ਯੁੱਗ ਹੈ, ਇੱਕ ਸਿੰਗਲ ਟਰੈਕ 'ਤੇ ਆ ਗਿਆ ਜੀ। ਪਹਿਲਾਂ ਸ਼ੁਰੂ ਵੀ ਸਿੰਗਲ ਟਰੈਕ 'ਤੇ ਹੋਇਆ, ਅਸਲ ਵਿੱਚ ਗਈ ਹੈ ਜਦੋਂ ਪੱਥਰ ਦਾ ਲੱਖ ਦਾ ਰਿਕਾਰਡ ਬਣਦਾ ਸੀ, ਉਦੋਂ ਉਹਦੇ ਇੱਕ ਪਾਸੇ ਹੀ ਇੱਕ ਗੀਤ ਹੁੰਦਾ ਸੀ, ਫਿਰ ਬਣ ਕੇ 2 ਹੋ ਗਏ, ਉਹਦੇ 2 ਤੋਂ ਬਾਅਦ ਫਿਰ ਜਦੋਂ ਪਲਾਸਟਿਕ ਵਾਲਾ ਇਹ ਯੁੱਗ ਚੱਲ ਪਿਆ ਤਾਂ ਇਹਦੇ ਵਿੱਚ 4 ਵੀ ਹੋਣ ਲੱਗੇ, ਜਿਹਨੂੰ EP ਕਹਿੰਦੇ ਸੀ, 4 ਹੋਣ ਲੱਗੇ। ਇੱਕ ਸੁਪਰ 7 ਹੁੰਦਾ ਸੀਗਾ, ਜਿਹਦੇ ਵਿੱਚ 6 ਹੁੰਦੇ ਸੀ, 3 ਇੱਕ ਪਾਸੇ, 3 ਇੱਕ ਪਾਸੇ। ਫਿਰ ਉਸ ਤੋਂ ਬਾਅਦ LP ਲੌਂਗ ਪਲੇ, ਉਹਦੇ ਵਿੱਚ 12 ਹੁੰਦੇ ਸੀ, ਕਈ 'ਚ 8 ਵੀ ਹੁੰਦੇ ਸੀਗੇ। ਉੱਦਾਂ ਦੇ ਮਤਲਬ ਕੰਟੀਨਿਊਸ ਚੱਲਣ ਲੱਗੇ, ਜਿਹਨੂੰ ਲੋਕਾਂ ਦੀ ਵੀ 12 ਕਲੀਆਂ, ਮਾਣਕ ਨੇ 12 ਕਲੀਆਂ ਗਾਤੀ, ਇੱਕੋ ਸਾਹ 'ਚ ਗਾਉਂਦਾ ਜੀ। ਕਿਉਂਕਿ ਜਦੋਂ ਇੱਕ ਵਾਰੀ ਸੂਈ ਧਰਤੀ ਤਾਂ 12 ਕਲੀਆਂ ਉਦੋਂ ਚੱਲਦੀਆਂ ਸੀ। ਅਤੇ ਉਹ ਤਰ੍ਹਾਂ ਅਸਲ 'ਚ ਉਹ ਸੰਗੀਤ ਸੀਗਾ, ਉਹ ਬਾਕਮਾਲ ਸੰਗੀਤ ਦੀ, ਉਹ ਰਹਿਣੀ ਦੁਨੀਆ ਤੱਕ, ਮੇਰੇ ਹਿਸਾਬ ਨਾਲ ਜਦੋਂ ਤੱਕ ਸ੍ਰਿਸ਼ਟੀ ਸਾਡੀ ਰਹਿਣੀ ਹੈ। ਕਿਉਂਕਿ ਸਾਡੇ ਬਜ਼ੁਰਗ ਵੀ ਚਲੇ ਗਏ, ਅਸੀਂ ਵੀ ਚਲੇ ਜਾਣਾ, ਸਾਡੀ ਪਨੀਰੀ ਉਹਨਾਂ ਨੇ ਵੀ ਉਸ ਤੋਂ ਮਤਲਬ ਇਹ ਕੰਟੀਨਿਊ, ਇਹ ਜਿਹੜੀ ਇਹ ਵਿਰਾਸਤ ਆ, ਸਾਡਾ ਯੁੱਗ ਆ ਪੁਰਾਣਾ, ਸਾਡਾ ਪੁਰਾਤਨ ਸੰਗੀਤ ਹੈ, ਇਹ ਕਦੇ ਖਤਮ ਨਹੀਂ ਹੋਊਗਾ ਜੀ। ਕਿਉਂਕਿ ਅੱਜ ਦੀ ਗਾਇਕੀ ਦਾ ਜਿਹੜਾ ਦੌਰ ਹੈ, ਇਹ ਮੈਂ ਤਾਂ ਵੀ ਤਕਰੀਬਨ ਜਿੰਨਾ ਚਿਰ ਸਾਡਾ YouTube ਚੈਨਲ 'ਤੇ ਜਿੰਨਾ ਚਿਰ ਉਹਦੇ ਉੱਤੇ ਕੋਈ ਕੰਪਨੀ ਨਵਾਂ ਕਿਤੇ ਨਹੀਂ ਸੁੱਟਦੀ, ਉਹਨਾਂ ਚਿਰ ਜਾਂ ਉਹ TV ਦੀ ਸਕਰੀਨ 'ਤੇ ਆ, ਉਹਨੇ ਦਿਨ ਜਿੰਦਾ ਹੈ। ਉਸ ਤੋਂ ਬਾਅਦ ਫਿਰ ਉਹਦੀ ਜਿਹੜੀ ਉਮਰ ਖਤਮ ਹੋ ਜਾਂਦੀ ਹੈ। ਪੰਗੂ ਸਾਹਿਬ, ਜਿਹੜੇ ਪੁਰਾਣੇ ਗੀਤ ਹੁੰਦੇ ਸੀ, ਅੱਜ ਵੀ ਜੇ ਕਿਤੇ ਜਿਹੜੀ ਪੁਰਾਣੀ ਉਸ ਟਾਈਮ ਦੀ ਪੀੜ੍ਹੀ ਹੈ, ਜਾਂ ਨਵੇਂ ਵੀ ਸਾਡੀ ਪੀੜ੍ਹੀ ਵੀ ਜਦੋਂ ਸੁਣਦੀ ਹੈ, ਜਾਂ ਅੱਜ ਦੇ ਦੌਰ ਦੀ ਪੀੜ੍ਹੀ, ਤਾਂ ਸੁਣ ਕੇ ਉਹ ਗੀਤ ਨੇ ਜਿਹੜੇ ਅੱਜ ਵੀ ਮਰੇ ਨਹੀਂ, ਲੋਕਾਂ ਦੇ ਦਿਲਾਂ 'ਚ ਤਾਜ਼ਾ ਨੇ। ਪਰ ਅੱਜ ਦੇ ਦੌਰ ਦੇ ਜਿਹੜੇ ਗੀਤ ਨੇ, ਉਹ ਹਫ਼ਤਾ, 10 ਦਿਨ, ਮਹੀਨਾ, 2 ਮਹੀਨੇ ਚੱਲਦੇ ਨੇ, ਉਸ ਤੋਂ ਬਾਅਦ ਇਨਸਾਨ ਭੁੱਲ ਜਾਂਦਾ। ਉਹਨਾਂ ਦੀ ਲਿਖਣ ਦਾ ਉਹਦਾ ਕੀ ਸਿਸਟਮ ਦੀ, ਉਹਨਾਂ ਦੀ ਚੋਣ ਹੈ ਜਿਹੜੀ, ਉਹ ਕਿਵੇਂ ਕੀਤੀ ਜਾਂਦੀ ਸੀ? ਤੁਸੀਂ ਸਾਹਿਬ, ਉਹਨਾਂ ਦੀ ਚੋਣ ਦਾ ਇੱਕ ਵੱਖਰਾ ਤਰੀਕਾ ਸੀਗਾ। ਜਦੋਂ ਗੀਤਕਾਰ ਨੇ ਗੀਤ ਲਿਖਤਾ, ਕਲਾਕਾਰ ਕੋਲ ਚਲਾ ਗਿਆ, ਉਹਨੇ ਘਰ ਬੈਠ ਕੇ ਰਿਆਜ਼ ਕਰਕੇ ਗੀਤ ਨੂੰ ਕੰਪੋਜ਼ ਕੀਤਾ, ਜਿਹਨੂੰ ਆਪਾਂ ਕਹਿੰਦੇ ਵੀ ਗੀਤ ਦੀ ਪੰਜਾਬੀ 'ਚ ਤਰਜ ਬਣਾ ਲਈ ਉਹਨਾਂ ਨੇ। ਉਸ ਤੋਂ ਬਾਅਦ ਜਦੋਂ ਸਾਡੇ ਖੁੱਲ੍ਹੇ ਅਖਾੜੇ ਲੱਗਦੇ ਸੀ ਪਿੰਡਾਂ ਦੇ ਵਿੱਚ, ਤੁਹਾਨੂੰ ਪਤਾ ਵੀ ਉਦੋਂ ਕੋਈ ਹੋਰ ਤਾਂ ਸੋਰਸ ਹੈ ਨਹੀਂ ਸੀ। ਇੱਕ ਰੇਡੀਓ ਹੁੰਦਾ ਸੀਗਾ, ਜਿਹਦਾ 2:30 ਵਾਲੇ 'ਤੇ ਜਾਂ 5 ਵਜੇ ਉਹ ਗਾਣੇ ਚੱਲਦੇ ਹੁੰਦੇ ਸੀ, 3 ਗੀਤ ਹੁੰਦੇ, ਉਹ ਲੋਕ ਸੁਣਦੇ ਸੀਗੇ। ਜਾਂ ਪਿੰਡਾਂ ਦੇ ਵਿੱਚ ਸਾਡੇ ਮੇਲਿਆਂ ਦੇ ਵਿੱਚ ਅਖਾੜੇ ਲੱਗਦੇ ਸੀ। ਮੈਂ ਆਪਣੀ ਅੱਖਾਂ ਨਾਲ ਅਤੇ ਆਪਣੇ ਕੰਨਾਂ ਨਾਲ ਇਹ ਗੱਲਾਂ ਸੁਣੀਆਂ ਨੇ ਜੀ, ਮੈਂ ਕਿਸੇ ਦੀ ਸੁਣੀ ਨਹੀਂ ਕਹਿੰਦਾ ਵੀ ਕਲਾਕਾਰ ਜਦੋਂ ਗੀਤ ਗਾਉਂਦੇ, ਉਹ ਕਹਿੰਦੇ ਮੈਂ ਇੱਕ ਗੀਤ ਤਿਆਰ ਕੀਤਾ ਜੀ, ਇਹ ਗੀਤ ਮੈਂ ਗਾਉਣ ਲੱਗਾ, ਤੁਸੀਂ ਇਹਨੂੰ ਸੁਣਨਾ ਵੀ ਜੇ ਤੁਹਾਨੂੰ ਇਹ ਗੀਤ ਵਧੀਆ ਲੱਗੂ, ਜੇ ਤੁਹਾਨੂੰ ਵਧੀਆ ਲੱਗਦਾ ਮੈਂ ਗੀਤ ਤਾਂ ਰਿਕਾਰਡ ਕਰਵਾ ਕੇ ਆਊਂਗਾ, ਨਹੀਂ ਮੈਂ ਗੀਤ ਨੂੰ ਰਿਕਾਰਡ ਨਹੀਂ ਕਰਵਾਊਂਗਾ। ਅਤੇ ਉਹ ਵੀ ਇੱਕ ਬਹੁਤ ਵੱਡਾ ਇਫੈਕਟ ਸੀਗਾ ਸਾਡੇ, ਕਿਉਂਕਿ ਜਦੋਂ ਉੱਥੇ ਲੱਖਾਂ ਸਰੋਤੇ, ਹਜ਼ਾਰਾਂ ਦੀ ਗਿਣਤੀ ਸਰੋਤੇ ਸੁਣਦੇ ਸੀਗੇ, ਤਾਂ ਜਦੋਂ ਉਹਨੂੰ ਪ੍ਰਵਾਨਗੀ ਦਿੰਦੇ ਤੇ ਉਹ ਗੀਤ ਫਿਰ ਰਹਿੰਦੀ ਦੁਨੀਆ ਤੱਕ ਜ਼ਰੂਰ ਹੋਊਗਾ। ਪਰ ਜਿਹੜਾ ਅੱਜ ਦਾ ਗੀਤ ਹੈ, ਅੱਜ ਦਾ ਗੀਤ ਤਕਰੀਬਨ ਤਾਂ ਉਹ ਲਿਖੇ ਹੀ ਸਟੂਡੀਓ ਜਾਂਦਾ, ਕਿਉਂਕਿ ਅੱਜ ਦੇ ਗੀਤ ਦੀ ਥਿਓਰੀ ਥੋੜ੍ਹੀ ਜਿਹੀ ਵੱਖਰੀ ਹੈ। ਕਿਉਂ ਅੱਜ ਦਾ ਗੀਤ ਜੇ ਆਪਾਂ ਸੋਚੇ, ਮੇਰੀ ਗੱਲ ਕਈਆਂ ਨੂੰ ਕੌੜੀ ਵੀ ਲੱਗੂਗੀ, ਅੱਜ ਦਾ ਗੀਤ ਆ ਜਿਹੜਾ, ਉਹਨੂੰ ਆਪਾਂ ਗੀਤ ਨਹੀਂ ਕਹਿੰਦੇ, ਇੱਕ ਐਡ ਕਹਿ ਸਕਦੇ ਜੀ ਆਪਾਂ। ਕਿਉਂਕਿ ਹੁਣ ਕੋਈ ਮੋਬਾਈਲਾਂ 'ਤੇ ਗੀਤ ਗਾਤੇ, ਕਈਆਂ ਨੇ ਵੈਲਟਾਂ ਦੇ ਗਾਤੇ, ਕਈਆਂ ਨੇ ਕੱਪੜਿਆਂ ਦੇ ਗਾਤੇ।
ਇਹ ਗੀਤ ਨੂੰ ਆਪਾਂ ਕੋਈ ਵਿਰਾਸਤ ਨਹੀਂ ਕਹਿ ਸਕਦੇ ਵੀ ਜਾਂ ਤੂੰ ਇੱਦਾਂ ਦੀ ਜੀਨ ਪਾਈ ਹੋਈ ਹੈ ਤੇਰੀ ਜੀ, ਤੇ ਗੋਗਲ ਇੱਦਾਂ ਦੀ ਲਾਈ ਹੋਈ ਹੈ ਜੀ, ਠੀਕ ਹੈ, ਤੇਰੇ ਥੱਲੇ ਫਲਾਣੀ ਗੱਡੀ ਹੈ ਜੀ, ਤੇ ਐਪਲ ਦਾ ਮੋਬਾਈਲ ਰੱਖਿਆ ਹੋਇਆ ਜੀ, ਤੂੰ ਥਾਰ ਤੇ ਇਹ ਮਤਲਬ ਇੱਕ ਮਾਰਕਿਆਂ ਦੀ ਐਡ ਹੋ ਗਈ ਜੀ। ਇਹ ਆਪਾਂ ਨੂੰ ਗੀਤ ਤਾਂ ਨਹੀਂ ਕਹਿ ਸਕਦੇ। ਜਿਹੜੇ ਉਹ ਗੀਤ ਸੀ ਉਹ ਸਾਡੀ ਵਿਰਾਸਤ ਨਾਲ, ਜੋ ਦਿਓਰ ਭਰਜਾਈ ਦੀ ਗੱਲ ਹੋ ਰਹੀ ਹੈ ਤਾਂ ਉਹ ਰਿਸ਼ਤੇ ਦੀ ਗੱਲ ਕਰਦਾ, ਉਹ ਸਾਡੀ ਵਿਰਾਸਤ ਨਾਲ ਹੈ। ਜੇ ਜੇਠ ਕਹਿੰਦਾ ਭਾਬੀ ਮੈਨੂੰ ਰਿਸ਼ਤਾ ਕਰਾ, ਸਾਰਾ ਪਿੰਡ ਵਿਆਹ ਗਿਆ, ਉਹ ਸਾਡੇ ਰਿਸ਼ਤੇ ਦੀ। ਜਾਂ ਘਰ ਵਾਲੀ ਕਹਿੰਦੀ ਵੀ ਤੀਆਂ 'ਚ ਮੈਂ ਗਈ ਹਾਂ ਤੂੰ ਮੰਗਰੀ ਲੈਣ ਆ ਗਿਆ ਮੇਰੇ, ਉਹ ਵੀ ਸਾਡੀ ਵਿਰਾਸਤ ਨਾਲ ਢੁਕਦਾ। ਜਾਂ ਫਿਰ ਖੇਤ ਬੈਠਾ ਜੱਟ ਉਡੀਕਦਾ ਵੀ ਮੇਰੀ ਭੱਤਾ ਲੈ ਕੇ ਨਹੀਂ ਆਈ, ਉਹਨਾਂ ਦੇ ਜਵਾਬ ਸਵਾਲ ਵੀ ਕਿੱਥੇ ਹੈ। ਜਾਂ ਫਿਰ ਇੱਕ ਗੀਤ ਆਇਆ ਸੀਗਾ ਖੇਤੋਂ ਘਰ ਨੂੰ ਲਵਾ ਦੇ ਟੈਲੀਫੋਨ ਆ ਰਹੀ ਵੀ ਜਦੋਂ ਤੇ ਲੋੜੋ ਵੀ ਆ ਜਾ ਕਰੂੰ ਮੈਂ, ਹੈ ਨਾ ਜੀ। ਉੱਦਾਂ ਦੇ ਗੀਤ ਸੀਗੇ। ਮਤਲਬ ਗੀਤ ਦੇ ਵਿੱਚ ਪੂਰਾ ਦ੍ਰਿਸ਼ ਪੇਸ਼ ਕਰ ਦਿੱਤਾ ਜਾਂਦਾ ਸੀ। ਤੇ ਜਿਹੜੇ ਅੱਜ ਦੇ ਗਾਇਕ ਨੇ ਜੀ, ਜਿੱਦਾਂ ਨਸ਼ਿਆਂ ਤੇ ਹਥਿਆਰਾਂ ਤੇ ਲਿਖੇ ਜਾਂਦੇ ਨੇ, ਗੀਤਕਾਰ ਲਿਖਦੇ ਨੇ ਤੇ ਗਾਇਕ ਗਾਉਂਦੇ ਨੇ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਸਭ ਚੱਕਰੇ ਵੀ ਜਿੱਦਾਂ ਦੇ ਹੁੰਦੇ ਆਪਾਂ ਕਿ ਜਿੱਦਾਂ ਦਾ ਮਾਹੌਲ ਚੇਂਜ ਹੋ ਜਾਂਦਾ, ਸਾਡਾ ਯੁੱਗ ਚੇਂਜ ਹੋ ਜਾਂਦਾ, ਉੱਦਾਂ ਉੱਦਾਂ ਸਾਡੀ ਬੋਲੀ ਵੀ ਚੇਂਜ ਹੋ ਜਾਂਦੀ ਹੈ, ਸਾਡਾ ਰਹਿਣ ਸਹਿਣ ਦਾ ਢੰਗ ਵੀ, ਔਰ ਸਾਡਾ ਸੰਗੀਤ ਔਰ ਸੁਣਨ ਦਾ ਢੰਗ ਵੀ ਉੱਦਾਂ ਉੱਦਾਂ ਦਾ ਹੋ ਜਾਂਦਾ। ਕਿਉਂਕਿ ਉਹਨਾਂ ਦੌਰਾਂ ਦੇ ਵਿੱਚ ਗੱਡਿਆਂ ਦੇ ਗੀਤ ਸੀਗੇ, ਠੀਕ ਹੈ ਜੀ। ਉਦੋਂ ਕਿਹੜਾ ਗੱਡੀਆਂ ਸੀਗੀਆਂ, ਉੱਦਾਂ ਦਾ ਜੀ। ਆਪਾਂ ਇੱਦਾਂ ਤੁਰ ਕੇ ਜਾਂਦਾ ਸੀਗਾ, ਮੈਂ ਤੁਰ ਕੇ ਜਾ ਰਿਹਾ ਉੱਦਾਂ, ਦੋਨੇ ਮੀਆਂ ਵੀ ਜਾ ਰਹੇ ਨੇ, ਸਾਰਿਆਂ ਨੂੰ ਜਾ ਰਿਹਾ। ਪਰ ਜੇ ਹੁਣ ਤਾਂ ਲਾਈਏ, ਹੁਣ ਤਾਂ ਜਿਹੋ ਜਿਹਾ ਆਪਣਾ ਯੁੱਗ ਆ ਸਾਡਾ, ਸਾਇੰਸ ਯੁੱਗ ਲਾ ਲਓ ਜੀ, ਜਿੱਦਾਂ ਜਿੱਦਾਂ ਇਹ 'ਚ ਗਤੀਵਿਧੀਆਂ ਵਧੀਆਂ ਉਦੋਂ ਦੇ ਗੀਤ ਹੋ ਗਏ। ਪਰ ਕੁਝ ਕੁ ਸਾਡੇ ਕਲਾਕਾਰਾਂ ਦੇ, ਗੀਤਕਾਰਾਂ ਦੇ, ਸੰਗੀਤਕਾਰਾਂ ਦੇ ਹੱਥ 'ਚ ਵੀ ਇਹ ਹੈ। ਔਰ ਇਹਦੇ ਵਿੱਚ ਜੇ ਆਪਾਂ ਸਭ ਤੋਂ ਵੱਡਾ ਰੋਲ ਮੰਨੀਏ ਤਾਂ ਸਾਡੀ ਆਡੀਅੰਸ, ਪਬਲਿਕ, ਜਿਹਨੂੰ ਆਪਾਂ ਸਰੋਤਾ ਵਰਗ ਕਹਿੰਦੇ ਹਾਂ, ਉਹਨਾਂ ਦਾ। ਕਿਉਂਕਿ ਜੇ ਉਹ ਚੰਗਾ ਸੁਣਨਗੇ ਤਾਂ ਉਹ ਚੰਗਾ ਹੀ ਕਲਾਕਾਰ ਪੇਸ਼ ਕਰੂਗਾ। ਅਗਰ ਜੇ ਆਪਾਂ ਨਸ਼ੇ ਵਾਲੇ ਗੀਤਾਂ ਨੂੰ ਪ੍ਰਮੋਟ ਕਰਾਂਗੇ, ਸੁਣਾਂਗੇ ਬੜੇ ਉਸ ਦੇ ਨਾਲ, ਤਾਂ ਕਲਾਕਾਰ ਕੋ ਵੀ ਆ ਯਾਰ ਫਲਾਣਾ ਦਾ ਗੀਤ ਚੱਲ ਗਿਆ ਇਹਨਾਂ ਦਾ, ਹਥਿਆਰਾਂ ਦਾ। ਪਰ ਇਹ ਵੀ ਇੱਕ ਜੇ ਆਪਾਂ ਸਹੀ ਗੱਲ ਪੁੱਛੀਏ, ਘੁਸਪੈਠ ਹੋ ਗਿਆ ਇਹਦੇ ਵਿੱਚ, ਸਾਡੇ ਸੰਗੀਤਕ ਦੇ ਵਿੱਚ। ਔਰ ਸਾਡੀ ਜਿਹੜੀ ਵਿਰਾਸਤੀ ਸੀ ਜਾਂ ਸਾਡੇ ਗੁਰੂਆਂ ਪੀਰਾਂ ਦੀ ਸੰਗੀਤ ਲੈਣ ਸੀ ਨਾ, ਉਹ ਢਾਡੀ ਵਾਰਾਂ ਜਾਂ ਸਾਡੇ ਉਹ ਪੁਰਾਤਨ ਗੀਤ ਸੀਗੇ, ਉਹ ਖਤਮ ਹੋ ਗਏ। ਕਿਉਂਕਿ ਉਦੋਂ ਗੀਤ ਦੇ ਵਿੱਚ ਸਟੋਰੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਟੋਰੀ ਹੁੰਦੀ। ਉਹ ਗੀਤ ਤਕਰੀਬਨ ਲਾ ਲਓ ਵੀ, ਕਈ ਗੀਤ ਤਾਂ ਬੜੇ ਲੰਬੇ ਲੰਬੇ ਗੀਤ ਨੇ, ਮਿਊਜ਼ਿਕ ਕੁਝ ਹੁੰਦੇ ਨਹੀਂ ਸੀ, ਸ਼ੁਰੂ ਹੋ ਜਾਂਦੇ 8-10 ਪਹਿਰੇ ਹੁੰਦੇ ਤੇ ਗੀਤ ਦੇ। ਅੱਜ ਫਿਰ ਜਦੋਂ ਸਾਡੇ ਇਹ ਗੀਤ ਆਉਣ ਲੱਗੇ, ਇਹਨਾਂ ਦੇ ਵਿੱਚ 4 ਪਹਿਰੇ ਆਉਣ ਲੱਗੇ ਜੀ, 5 ਜੋ ਸੋਲੋ ਗੀਤ ਸ਼ੁਰੂ ਹੋਣ ਲੱਗੇ। ਫਿਰ ਉਸ ਘਟਦੇ ਘਟਦੇ ਫਿਰ ਉਹ 4 ਰਹਿ ਗਏ ਜੀ, ਤੇ 4 ਤੋਂ ਫਿਰ 3 ਰਹਿ ਗਏ। ਫਿਰ ਜਦੋਂ ਵੀਡੀਓ ਯੁੱਗ ਆ ਗਿਆ, ਉਹ ਕਹਿੰਦੇ ਸਮਾਂ ਘੱਟ ਹੁੰਦਾ ਜੀ, ਤੁਸੀਂ ਐਂ ਕਰੋ ਜੀ 2 ਪਹਿਰਾਂ ਦਾ ਵੀਡੀਓ ਬਣਾ ਲਓ ਤੇ ਬਾਕੀ ਬਾਅਦ 'ਚ। ਤੇ ਉਦੋਂ ਕਿਤੇ ਜਿਹੜਾ ਗੀਤਕਾਰ ਆਪਦਾ ਗੀਤ 9 ਪਾਉਂਦਾ ਤੇ ਉਹ ਦੇਖਦਾ ਸੀ ਵੀ ਮੈਂ ਕਿੱਥੇ ਕਮਾਵਾਂ। ਉਦੋਂ ਜੇ ਉਹਦਾ ਹੁੰਦਾ ਵੀ ਉਹਦਾ ਕੋਈ ਤਖੱਲਸ ਰੱਖਿਆ ਹੋਇਆ, ਉਹਦਾ ਕੋਈ ਸਰਨੇਮ ਉਹਨਾਂ ਕੁ ਪਾ ਲੈਂਦੀ, ਜੇ ਕਿਤੇ ਪਿੰਡ ਦਾ ਨਾਂ ਪੈਂਦਾ ਉਹ ਪਾ ਲੈਂਦੇ, ਪਰ ਧੱਕੇ ਨਾਲ ਨਹੀਂ ਪਾਉਂਦੀ। ਅੱਜ ਦੇ ਗੀਤਕਾਰ ਜੋ ਗੀਤ ਸ਼ੁਰੂ ਹੁੰਦਾ, ਉਹ ਗੀਤ ਦੇ ਸ਼ੁਰੂ 'ਚ ਹੀ ਆਪਦਾ ਨਾਂ ਪਾਉਂਦਾ ਜੀ। ਉਹਨੂੰ ਇਹ ਡਾਊਟ ਹੁੰਦਾ ਵੀ ਕਿਤੇ ਜਦੋਂ ਵੀਡੀਓ ਬਣੂਗਾ ਕਿਤੇ ਮੇਰੇ ਵਾਲਾ ਅੰਤਰਾ ਕੱਟੇ ਨਾ ਜਾਵੇ ਕਿਤੇ। ਫਿਰ ਅੱਜ ਕੱਲ੍ਹ ਦੇ ਗੀਤ ਕਈ ਵਾਰ ਤਾਂ ਗੀਤਕਾਰ ਐਸੇ ਨੇ, ਚਲੋ ਮੈਂ ਉਹਨਾਂ ਦੇ ਨਾਂ ਨਹੀਂ ਲਊਂਗਾ ਵੀ ਉਹ ਤਾਂ ਮਾਂ ਦੇ ਐਡਰੈਸ ਪਾਉਂਦੇ ਪੂਰਾ, ਪਹਿਲਾਂ ਤਾਂ ਪੂਰਾ ਨੇਮ ਹੀ ਲਿਖਣਗੇ ਜਿਹੜਾ ਨਾਂ ਹੋ ਗਿਆ, ਫਿਰ ਉਹਦਾ ਪੂਰਾ ਤਖੱਲਸ ਜਿਹੜਾ ਉਹ ਲਿਖਣਗੇ, ਫਿਰ ਨਾਲ ਪੂਰੇ ਪਿੰਡ ਦਾ ਵੀ ਪਾਉਣਗੇ ਵੀ, ਮਤਲਬ ਕਿ ਇੱਕ ਅੰਤਰਾ ਪੂਰਾ ਆਪਦੇ ਐਡਰੈਸ 'ਤੇ ਹੀ ਲਿਖਦੇ। ਪਰ ਉਦੋਂ ਜਿਹੜੇ ਗੀਤ ਸੀਗੇ, ਹੁਣ ਬਾਬੂ ਸਿੰਘ ਮਾਨ, ਗੁਰਦੇਵ ਸਿੰਘ ਮਾਨ, ਇਹਨਾਂ ਦੇ ਇੰਨੇ ਬਹੁਤ ਸਾਰੇ ਗੀਤ ਨੇ ਜਿਨ੍ਹਾਂ 'ਚ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਬਾਬੂ ਸਿੰਘ ਮਾਨ ਦਾ ਗੀਤ ਹੈ ਜਾਂ ਇਹ ਗੁਰਦੇਵ ਸਿੰਘ ਮਾਨ ਦਾ ਗੀਤ ਹੈ, ਜਾਂ ਜਿਵੇਂ ਦੇਵ ਤਰੀਕਿਆਂ ਵਾਲਾ ਵੀ ਇਹ ਦੇਵ ਖੁੱਡੀ ਕਲਾਂ ਦਾ ਗੀਤ ਹੈ ਜਾਂ ਦੇਵ ਤਰੀਕਿਆਂ ਵਾਲਾ ਗੀਤ। ਉਹ ਦੇਵ ਪਾਉਂਦੇ ਤੇ ਇਕੱਲੇ। ਹੁਣ ਜਿਹੜਾ ਮਿੱਤਰਾਂ ਦੀ ਲੂਣ ਦੀ ਡਲੀ ਨਹੀਂ ਤੂੰ ਮਿਸ਼ਰੀ ਬਰੋਬਰ ਜਾਣੀ, ਉਹ ਗੀਤ ਗੁਰਦੇਵ ਸਿੰਘ ਮਾਨ ਦਾ। ਪਰ ਕਈ ਨੂੰ ਇਹ ਨਹੀਂ ਪਤਾ ਬਾਬੂ ਸਿੰਘ ਮਾਨ ਦਾ ਹੋਊਗਾ, ਠੀਕ ਹੈ ਜੀ। ਅਤੇ ਵੀ ਇਹਨਾਂ ਦੇ ਇਹ ਜਿਹੇ ਇੱਦਾਂ ਦੇ ਬਹੁਤ ਸਾਰੇ ਗੀਤ ਨੇ ਜਿਨ੍ਹਾਂ 'ਚ ਉਹ ਉਸ ਹਿਸਾਬ ਨਾਲ ਨਾਂ ਪੈਂ ਸੀਗਾ ਵੀ ਉਦੋਂ ਜ਼ਿਆਦਾਤਰ ਉਹ ਗੀਤ ਦੇ ਬੋਲਾਂ ਨੂੰ ਇੱਦਾਂ ਢੰਗ ਨਾਲ ਲਿਖਦੇ ਵੀ ਉਹ ਸਾਰੀ ਜਿਹੜੀ ਆਪਣੀ ਦ੍ਰਿਸ਼ਟੀ ਹੈ ਜਾਂ ਜਾਂ ਫੋਕਸ ਹੈ, ਉਹ ਸਾਡੀ ਉਹਦੇ ਸਟੋਰੀ 'ਤੇ ਰੱਖਦੇ ਤੇ ਨਾ ਕਿ ਨਾਂ ਪਾਉਣ 'ਤੇ। ਅੱਜ ਤਾਂ ਚਾਹੇ ਮੈਂ ਵੀ ਗੀਤ ਲਿਖਦਾ, ਮੈਂ ਵੀ ਸੋਚਦਾ ਵੀ ਜੇ ਮੇਰਾ ਪੂਰਾ ਨਾਂ ਹੀ ਪੈ ਜੇ ਤਾਂ ਵਧੀਆ ਗੱਲ ਹੈ। ਜਿਉਂ ਜਿਉਂ ਸਮਾਜ ਹੈ ਜਿਹੜਾ ਚੇਂਜ ਹੋਇਆ, ਉਦੋਂ ਉਦੋਂ ਲੋਕਾਂ ਦਾ ਸੁਭਾਅ ਚੇਂਜ ਹੋਇਆ। ਜਿਹੋ ਜਿਹੀ ਪਸੰਦ ਹੈ, ਮਜਬੂਰੀ ਵਸ ਗੀਤਕਾਰਾਂ ਨੂੰ ਤੇ ਗਾਇਕਾਂ ਨੂੰ ਵੀ ਬਦਲਣਾ ਪਿਆ। ਪਰ ਕਈ ਗੀਤਕਾਰ ਤੇ ਗਾਇਕਾਂ ਨੇ ਜ਼ਿਆਦਾ ਹੀ ਜਿਹੜਾ ਜਿਸ ਗਾਇਕੀ ਤੇ ਗੀਤਕਾਰ ਨੇ ਜਿਹੜੇ ਸਮਾਜ ਨੂੰ ਸੇਧ ਦੇ ਸਕਦੇ ਨੇ, ਜ਼ਿਆਦਾਤਰ ਜਿਹੜੇ ਗਾਇਕ ਨੇ ਅੱਜ ਵੀ ਬਹੁਤ ਜਿਹੜੀ ਚੰਗੇ ਗੀਤਕਾਰ ਵੀ ਨੇ, ਗਾਇਕ ਵੀ ਨੇ, ਪਰ ਬਹੁਤ ਥੋੜ੍ਹੇ ਨੇ ਜਿਹੜੇ ਸਮਾਜ ਨੂੰ ਮਤਲਬ ਇਹ ਹੈ ਵੀ ਕੁਰਾਹੇ ਪਾ ਰਹੇ ਨੇ। ਕੁਛ ਹੋਰ ਹੈ, ਜਦੋਂ ਉਹ ਟਾਈਮ ਜਿਹੜੇ ਕਲਾਕਾਰ ਨੇ ਗੀਤ ਗਾਏ, ਅੱਜ ਦੇ ਯੁੱਗ ਦੇ ਵੀ
ਔਰ ਆਪਾਂ ਲਾ ਲਓ ਜਿਹੜੇ ਆਪਾਂ ਉਸ ਦੌਰ 'ਚ ਵੀ ਗੁਜ਼ਰੇ ਹਾਂ, ਉਹਨਾਂ ਕਲਾਕਾਰਾਂ ਦਾ ਗੀਤ ਜ਼ਰੂਰ ਸੁਣ ਲੈਂਦੇ, ਪਰ ਉਹਨਾਂ ਦੀ ਕੋਈ ਪਹਿਚਾਣ ਨਹੀਂ ਸੀ ਵੀ ਕਿਹਦਾ ਗਾਇਆ ਹੋਇਆ, ਕਿਉਂਕਿ ਜੇ ਕਈ ਵਾਰ ਤਾਂ ਰਿਕਾਰਡ ਦੇ ਉੱਪਰ ਨਾਂ ਹੀ ਨਹੀਂ ਲਿਖਿਆ ਹੁੰਦਾ ਸੀਗਾ, ਔਰ ਕਵਰ ਤਾਂ ਉਦੋਂ ਬਣਦੀ ਨਹੀਂ ਸੀ, ਕਵਰ ਇੱਕ ਉੱਤੇ ਲਾਉਂਦੇ ਸੀਗੇ, ਕਿਸੇ ਕਵਰ 'ਤੇ ਫੋਟੋ ਨਹੀਂ ਲੱਗੀ ਹੁੰਦੀ ਸੀਗੀ, ਅਤੇ ਉਸ ਕਰਕੇ ਵੀ ਉਹਨਾਂ ਕਲਾਕਾਰਾਂ ਨੂੰ ਆਪਾਂ ਦੂਰ ਆ ਉਹਨਾਂ ਤੋਂ ਹੋ ਗਏ। ਪਰ ਜਿਹੜਾ ਅੱਜ ਦਾ ਕਲਾਕਾਰ ਹੈ, ਅੱਜ ਦੇ ਕਲਾਕਾਰ ਦਾ ਉਹ ਹੁੰਦਾ ਫਰੰਟ 'ਤੇ ਵੀ ਹੁੰਦਾ ਹੈ, ਉਹ ਕਹਿੰਦਾ ਮੇਰਾ ਗੀਤ 'ਚ ਨਾਂ ਵੀ ਹੋਵੇ, ਇਸ ਕਰਕੇ ਉਦੋਂ ਦੀ ਗਾਇਕੀ ਅਤੇ ਹੁਣ ਦੀ ਗਾਇਕੀ ਦਾ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਪਰ ਸਾਡੇ ਸੱਭਿਆਚਾਰ ਤੋਂ ਅੱਜ ਦੀ ਗਾਇਕੀ ਮੈਂ ਕਹੂੰਗਾ ਬਹੁਤ ਦੂਰ ਹੈ। ਪਰ ਜੇ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਗਏ ਤਾਂ ਨਵੇਂ ਮੁੰਡੇ ਬਹੁਤ ਸੋਹਣਾ ਲਿਖਦੇ ਆ, ਨਵੇਂ ਕਲਾਕਾਰ ਬਹੁਤ ਸੋਹਣਾ ਗਾਉਂਦੇ ਆ। ਸੋ ਪਰ ਮੈਂ ਇੱਕ ਗੁਜ਼ਾਰਿਸ਼ ਕਰੂੰਗਾ ਐਂਡ ਦੇ ਵਿੱਚ, ਔਰ ਤੁਹਾਡਾ ਧੰਨਵਾਦ ਵੀ ਕਰਦਾ ਵੀ ਜੇ ਆਪਾਂ ਗੀਤ ਲਿਖਣੇ ਨੇ, ਗੀਤ ਸਾਡੇ ਸਮਾਜ ਦਾ ਇੱਕ ਸ਼ੀਸ਼ਾ ਹੁੰਦੇ ਨੇ, ਔਰ ਗੀਤ ਸਾਡੇ ਸਮਾਜ ਨੂੰ ਇੱਕ ਸੇਧ ਦੇਣ ਵਾਲੇ ਹੁੰਦੇ ਨੇ। ਵੀ ਤਾਂ ਮੈਂ ਸਾਰੇ ਕਲਾਕਾਰ ਵੀਰਾਂ ਨੂੰ, ਸੰਗੀਤਕਾਰ ਵੀਰਾਂ ਨੂੰ, ਗੀਤਕਾਰ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਉਹ ਇੱਦਾਂ ਦੇ ਗੀਤਾਂ ਦੀ ਚੋਣ ਕਰਨ ਜੋ ਸਾਡੇ ਇੰਟਰਟੇਨਮੈਂਟ ਦਾ ਵੀ ਸਾਧਨ ਹੋਣ, ਔਰ ਸਾਡੇ ਸਮਾਜ ਨੂੰ ਸੇਧ ਦੇਣ ਵਾਲੇ ਵੀ ਗੀਤ ਹੋਣ, ਜਿਸ ਦੇ ਰਾਹੀਂ ਸਾਡੇ ਅਸੀਂ ਸਮਾਜ ਦੇ ਵਿੱਚ ਚੰਗੇ ਪਾਸੇ ਵੀ ਉਹ ਗੀਤ ਲੱਗਣ, ਔਰ ਸਾਡੇ ਇੰਟਰਟੇਨਮੈਂਟ ਦਾ। ਸਾਡੇ ਦਰਸ਼ਕਾਂ ਨੂੰ ਇਹ ਚਲਾ ਕੇ ਵੀ ਦਿਖਾ ਦਿਓ, ਮਸ਼ੀਨਾਂ ਜਿਹੜੀਆਂ ਗ੍ਰਾਮੋਫੋਨ ਕਹਿੰਦੇ, ਕੀ ਕਹਿੰਦੇ ਇਹਨੂੰ, ਚਲਾ ਕੇ ਵੀ ਦਿਖਾਇਓ। ਇਹ ਪੂਰੀ ਚਾਬੀ ਭਰ ਕੇ ਜਿਹਨੇ ਚੱਲਣਾ ਫਿਰ ਪੌਜ ਕਰ ਦਿਓ। ਪੰਗੂ ਸਾਹਿਬ, ਜਿਹੜੀਆਂ ਮਸ਼ੀਨਾਂ ਜਿਨ੍ਹਾਂ ਨੂੰ ਗ੍ਰਾਮੋਫੋਨ ਕਹਿੰਦੇ ਆ, ਇਹ ਕਿਹੜੀਆਂ ਕਿਹੜੀਆਂ ਮਸ਼ੀਨਾਂ ਨੇ ਜਿਹੜੀਆਂ ਨਾਲੇ ਸਾਨੂੰ ਚਲਾ ਕੇ ਵੀ ਦਿਖਾ ਦਿਓ ਦਰਸ਼ਕਾਂ ਨੂੰ? ਇਹ ਸਰ ਇਲੈਕਟ੍ਰੋਨਿਕਸ ਮਸ਼ੀਨਾਂ ਹੈ ਸਰ। ਹੁਣ ਇਹ ਮਸ਼ੀਨ ਹੈ, ਮਤਲਬ ਇਹ ਫਿਲਿਪਸ ਦੀ ਹੈ, ਅੱਜ ਦੇ ਦੌਰ ਦੀ ਹੈ, ਅਤੇ ਜਦੋਂ ਚਾਬੀਆਂ ਮਸ਼ੀਨਾਂ ਖਤਮ ਹੋ ਗਈਆਂ ਉਸ ਤੋਂ ਬਾਅਦ ਫਿਰ ਬੈਟਰੀ ਨਾਲ ਚੱਲਣ ਲੱਗੀਆਂ ਅਤੇ ਇਹ ਮਸ਼ੀਨਾਂ ਚੱਲਣ ਲੱਗੀਆਂ ਜੀ। ਜਿਵੇਂ ਇਹਦੇ ਉੱਤੇ ਮਤਲਬ ਜਿਹੜੇ ਰਿਕਾਰਡ ਨੇ ਇਹ ਪਲਾਸਟਿਕ ਦੇ ਰਿਕਾਰਡ ਚੱਲਦੇ ਉੱਤੇ, ਜਿਵੇਂ ਹੁਣ ਮੈਂ ਚਲਾ ਕੇ ਚਲਾਉਣਾ, ਦੇਖੋ ਦੂਸਰੀ ਮਸ਼ੀਨ ਹੈ, ਇਹਦੇ ਬਾਰੇ ਵੀ ਜਾਣਕਾਰੀ ਦਿਓ ਜੀ। ਇਹਨੂੰ ਆਪਾਂ ਕਹਿ ਸਕਦੇ ਟੂਰਿਸਟ ਮਸ਼ੀਨ ਕਹਿ ਸਕਦੇ ਜੀ। ਆਪਾਂ ਕੋਈ ਮਨੋਰੰਜਨ ਕਿਤੇ ਗੁਜ਼ਾਰਿਆ ਬਾਹਰ, ਇਹਦੇ ਵਿੱਚ 5-4 ਰਿਕਾਰਡ ਵੀ ਪੈ ਜਾਂਦੇ ਨੇ, ਸੈੱਲ ਬੈਟਰੀ ਪੈਂਦੇ ਚ, ਇਹਨੂੰ ਆਪਾਂ ਨਾਲ ਜਾ ਕੇ ਮਤਲਬ ਕਿ ਇੱਦਾਂ ਇਹ ਅਟੈਚੀ ਮਸ਼ੀਨ ਕਹਿੰਦੇ, ਚੱਕੀ ਜਾਂਦੀ ਹੈ। ਇਹ ਮੈਂ ਉਰੇ ਕਿਤੋਂ ਮਿਲ ਜਾਂਦੇ, ਮੇਰਾ ਸਾਡਾ ਮਿੱਤਰ ਹੈਗਾ ਜਗਦੀਪ ਸਿੰਘ ਕਲੇਰ, ਉਹ ਵੀ ਕਾਫੀ ਉਹਨਾਂ ਕੋਲ ਰੱਖੇ ਨੇ, ਉਹਨਾਂ ਤੋਂ ਮੈਂ ਕਾਫੀ ਰਿਕਾਰਡ ਔਰ ਮਸ਼ੀਨਾਂ ਖਰੀਦ ਕੇ ਲਿਆ। ਕੁਛ ਇੱਧਰ ਤੋਂ ਜਿੱਥੋਂ ਵੀ ਮਿਲ ਜਾਂਦੇ ਸੀ ਮੈਂ ਖਰੀਦ ਲੈਂਦਾ ਸੀਗਾ। ਅਤੇ ਹਾਂ, ਅਤੇ ਸੋ ਹਾਂਜੀ, ਹੁਣ ਇਹ ਵੀ ਜਿਹੜਾ ਇਹ ਵੀ ਮਤਲਬ ਵੀ ਆਟੋਮੈਟਿਕ ਮਸ਼ੀਨ ਹੈ, ਜੋ ਰਿਕਾਰਡ ਖਤਮ ਹੋ ਜੋ ਆਪਣੇ ਬੰਦ ਹੋ ਜਾਂਦਾ ਇਹਨਾਂ ਨੇ। ਜਿਵੇਂ ਕੋਲ ਆਹ ਮਸ਼ੀਨ ਪਈ ਹੈ, ਇਹ ਟਰੈਕ ਵਾਲੀ ਹੈ ਜੀ, ਇਹਦੇ ਉੱਪਰ ਮੂਹਰੇ ਇਹ ਟਰੈਕ ਲੱਗੇ ਹੋਏ ਨੇ, ਇਹਦੇ ਉੱਪਰ ਤੁਸੀਂ ਰਿਕਾਰਡ ਰੱਖੋਗੇ ਤਾਂ ਇਹਨੇ ਆਪਾਂ ਸੈਂਸ ਕਰਨਾ ਵੀ ਵੱਡਾ ਜਾਂ ਛੋਟਾ, ਉਹਨੇ ਆਪਣੇ ਆਪ ਚਲਾ ਦੇਣਾ। ਔਰ ਜਿਹੜਾ ਤੁਸੀਂ ਤੇ ਬਟਨ ਦੱਬੋਗੇ, ਇੱਕ ਦੱਬਤਾ, ਦੋ ਦੱਬਤਾ, ਉਹਨੇ ਉਹੀ ਕੰਪਿਊਟਰ ਦੀ ਤਰ੍ਹਾਂ ਉਹ ਜਾ ਕੇ ਉਹਨੇ ਸੈਂਸ ਕਰ ਲੈਣਾ ਵੀ ਛੋਟਾ ਜਾਂ ਵੱਡਾ, ਜਿਹੜਾ ਜਿੱਥੇ ਚਲਾਉਣਾ ਉੱਥੇ ਚੱਲਾਂਗੇ ਜੀ। ਸੋ ਇਹ ਸੀ ਭੰਗੂ ਫਲੇੜੇ ਵਾਲਾ, ਜਿਨ੍ਹਾਂ ਨੇ ਅਲੋਪ ਹੋ ਰਹੀ ਵਿਰਾਸਤ ਨੂੰ ਸਾਂਭਿਆ ਹੋਇਆ ਹੈ। ਸੋ ਸਾਡੇ ਨਾਲ ਪ੍ਰਸਿੱਧ ਗਾਇਕ ਤਰਸੇਮ ਸਿੱਧੂ ਵੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਿੱਧੂ ਸਾਹਿਬ, ਤੁਹਾਡਾ ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਗੁਰਤੇਜ ਥੂਹੀ ਸਾਡੇ ਬਹੁਤ ਹੀ ਅੱਛੇ ਪੱਤਰਕਾਰ ਸਾਹਿਬ, ਜਿਹੜੇ ਕਿ ਸਮੇਂ ਦੇ ਨਾਲ ਸਮੇਂ ਨੂੰ ਦਰਸਾਉਂਦੀਆਂ ਚੀਜ਼ਾਂ, ਜੋ ਸਾਡਾ ਪੁਰਾਤਨ ਹੈ, ਜੋ ਸਾਡਾ ਕਲਚਰ ਹੈ, ਜੋ ਸਾਡਾ ਸਮਾਜ ਦਾ ਇੱਕ ਅੰਗ ਹੈ, ਦਿਖਾਉਂਦੇ ਰਹਿੰਦੇ ਆ। ਮੈਂ ਸ਼ੁਕਰਗੁਜ਼ਾਰ ਹਾਂ ਤੁਹਾਡਾ। ਕੀ ਕਹਿਣਾ ਚਾਹੁੰਦੇ ਹੋ? ਇੱਕ ਪੁਰਾਣੇ ਜਿਵੇਂ ਭੰਗੂ ਜੀ ਵਿਰਾਸਤ ਨੂੰ ਸਾਂਭਣ ਦਾ ਇੱਕ ਵੱਡਾ ਉਪਰਾਲਾ ਇਹਨਾਂ ਨੇ ਕੀਤਾ ਹੋਇਆ, ਅਤੇ ਉਸ ਦੌਰ ਦੀ ਜਿਹੜੀ ਗੀਤਕਾਰੀ ਗਾਇਕੀ ਹੈ ਅੱਜ ਦੀ, ਔਰ ਸਰਕਾਰਾਂ ਨੂੰ, ਅਤੇ ਜਿੱਦਾਂ ਇਹਨਾਂ ਨੇ ਕਿਹਾ ਵੀ ਕੋਈ ਲਾਇਬ੍ਰੇਰੀ ਜਾਂ ਐਸਾ ਕੋਈ ਬੋਰਡ ਕੋਈ ਬਣਨਾ ਚਾਹੀਦਾ ਕਿ ਪੁਰਾਣੀ ਵਿਰਾਸਤ ਨੂੰ ਸੰਭਾਲਣ ਦਾ ਕੋਈ ਉਪਰਾਲਾ ਕੀਤਾ ਜਾਣਾ ਚਾਹੀਦਾ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਬਿਲਕੁਲ ਬਿਲਕੁਲ। ਸਾਡੇ ਬਹੁਤ ਹੀ ਅੱਛੇ ਗੀਤਕਾਰ ਮੇਰੇ ਵੱਡੇ ਭਰਾ ਭੰਗੂ ਫਲੇੜੇ ਵਾਲਾ ਕਹਿੰਦੇ, ਕਿਸੇ ਨੂੰ ਇਹ ਸ਼ੌਂਕ ਗੇੜਾ ਗਲੀ ਵਿੱਚ ਲਾਉਣੇ ਦਾ, ਕਿਸੇ ਨੂੰ ਇਹ ਸ਼ੌਂਕ ਟੌਰ ਲੋਕਾਂ 'ਚ ਵਿਖਾਉਣੇ ਦਾ, ਅਤੇ ਕਈਆਂ ਦੇ ਨੇ ਜਾਂਦੇ ਸ਼ੌਂਕ ਰੋਲ ਮਿੱਤਰੋ ਉਹ ਹੁੰਦਾ ਸ਼ੌਂਕ ਦਾ ਨਾ ਹੁੰਦਾ ਕੋਈ
ਮੁੱਲ ਮਿੱਤਰੋ, ਆਹ ਦੇਖੋ ਜੀ, ਕੋਈ ਮੁੱਲ ਨਹੀਂ ਸ਼ੌਂਕ ਦਾ। ਮੇਰੇ ਭਰਾ ਨੇ ਐਡਾ ਖਜ਼ਾਨਾ, ਸਾਡਾ ਪੁਰਾਤਨ, ਸਾਡਾ ਕਲਚਰ, ਸਾਡੀ ਵਿਰਾਸਤ ਸੰਭਾਲ ਕੇ ਰੱਖੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਲੂਟ ਕਰਦਾ ਸਾਡੇ ਗੀਤਕਾਰ, ਵੱਡਾ ਭਰਾ ਮੇਰਾ ਭੰਗੂ ਫਲੇੜੇ ਵਾਲਾ, ਜਿਹੜਾ ਹਰ ਇੱਕ ਮਸ਼ੀਨ ਸਮੇਂ ਦੇ ਨਾਲ, ਚਾਹੇ ਪੱਥਰਾਂ ਦੀ ਹੋਵੇ, ਚਾਹੇ ਪਲਾਸਟਿਕ ਦੇ ਰਿਕਾਰਡ ਹੈ, ਤੇ ਇਹ ਮੇਰੀ ਸੋਚ ਤੋਂ ਪਹਿਲਾਂ ਦੀਆਂ ਗੱਲਾਂ ਨੇ। ਸਾਡੇ ਬਜ਼ੁਰਗ ਵੀ ਦੱਸਦੇ ਆ, ਸਾਡੇ ਵੱਡੇ ਵੀ ਦੱਸਦੇ ਆ ਵੀ ਸਮਾਂ ਹੁੰਦਾ ਸੀਗਾ ਵੀ ਇਹਨਾਂ ਦੀ ਚੜ੍ਹਾਈ ਬੜੀ ਹੁੰਦੀ ਸੀ ਇਹ ਮਸ਼ੀਨਾਂ ਦੀ, ਤੇ ਜਦ ਰਿਕਾਰਡ ਪਿੰਡਾਂ 'ਚ ਚੱਲਣੇ ਹੁੰਦੇ ਜਾਂ ਜੋੜ ਸਪੀਕਰ ਲੱਗਦੇ ਹੁੰਦੇ, ਅਸੀਂ ਕੋਠੇ 'ਤੇ ਸਪੀਕਰ ਲਾਈ ਰੱਖਣਾ, ਉਹ ਸਪੀਕਰ ਸੁਣਦੇ, ਮਾਨਕ ਸਾਹਿਬ ਦੇ ਕਲੀਆਂ ਸੁਣਦੇ, ਮੁਹੰਮਦ ਸਦੀਕ ਸਾਹਿਬ ਦੇ ਗਾਣੇ ਸੁਣਦੇ, ਜਾਂ ਕਰਮਜੀਤ ਧੂਰੀ, ਸਾਡੇ ਰੱਬ ਨਾਲ ਠੱਗਿਆਂ ਕੋ ਮਾਰੇ ਬੰਦੇ ਆ, ਬੜੇ ਧਾਰਮਿਕ ਗੀਤ ਹੋਏ ਨੇ, ਚਮਕੀਲਾ ਸਾਹਿਬ ਦੇ ਬੜੇ ਅੱਛੇ ਗੀਤ ਹੋਏ ਨੇ, ਆਪਾਂ ਸੁਣਦੇ ਰਹੇ ਹਾਂ ਸਾਰੇ। ਤੇ ਜਿਹੜੀ ਵੱਡੀ ਦੁੱਖ ਦੀ ਗੱਲ ਹੈ ਪੱਤਰਕਾਰ ਸਾਹਿਬ, ਵੱਡੇ ਵੀਰ ਗੁਰਤੇਜ ਸਿੰਘ ਥੂਹੀ ਜੀ, ਵੀ ਸਾਨੂੰ ਸਮੇਂ ਦੇ ਨਾਲ ਸਰਕਾਰਾਂ ਨੇ ਇਹ ਪੁਰਾਤਨ ਸੰਭਾਲਿਆ ਨਹੀਂ, ਨਾ ਕੋਈ ਇਹਨਾਂ ਨੂੰ ਸੰਭਾਲਣ ਦੀ ਹੁਣ ਤੱਕ ਦੀ ਕੋਈ ਕੋਸ਼ਿਸ਼ ਕੀਤੀ ਹੈ। ਚਾਹੇ ਕੋਈ ਗਾਇਕ ਹੈ, ਚਾਹੇ ਕੋਈ ਗੀਤਕਾਰ ਹੈ, ਚਾਹੇ ਕੋਈ ਕਵਿਸ਼ਰ ਹੈ ਪੁਰਾਣਾ, ਉਹਨਾਂ ਨੂੰ ਇਹਨਾਂ ਨੇ ਬਣਨ ਦਾ ਹੱਕ ਨਹੀਂ ਦਿੱਤਾ। ਸਾਡੀ ਜਿਹੜੀ ਗਾਇਕੀ ਹੈ ਬਹੁਤ ਪਿੱਛੇ ਜਾ ਚੁੱਕੀ ਹੈ। ਸਾਨੂੰ ਆਪਣੇ ਆਪ ਨੂੰ ਸੰਭਾਲਣ ਦੀ ਬਹੁਤ ਜ਼ਿਆਦਾ ਲੋੜ ਹੈ। ਕਈ ਕਲਾਕਾਰ ਤਾਂ ਗਾਇਕੀ ਤੋਂ ਮੂੰਹ ਮੋੜ ਕੇ ਦੁਕਾਨਾਂ ਖੋਲ੍ਹੇ ਬੈਠੇ ਆ, ਮੂੰਹ ਮੋੜ ਕੇ ਆਪਣੇ ਛੋਟੇ ਬਿਜ਼ਨਸ ਖੋਲ੍ਹਣ ਨੂੰ ਮਜਬੂਰ ਹੋ ਗਏ। ਇੱਕ ਪਿੱਛੇ ਜੇ ਦੌਰ ਚੱਲਿਆ ਬੜਾ, ਜਿਹਨੂੰ ਕਰੋਨਾ ਮਹਾਮਾਰੀ ਕਹਿੰਦੇ ਆ, ਉਹਦੇ ਵਿੱਚ ਬਹੁਤ ਕਲਾਕਾਰਾਂ ਨੇ ਇਹ ਤੋਂ ਸੰਨਿਆਸ ਲੈ ਲਿਆ, ਕੰਨ ਫੜ ਲਏ, ਤੇ ਮੁੜ ਕੇ ਵੀ ਇਸ ਲਾਈਨ ਦੇ ਵਿੱਚ ਪੈਰ ਨਹੀਂ ਰੱਖਣਾ, ਨਾ ਅਸੀਂ ਰੱਖਣਾ, ਨਾ ਅਸੀਂ ਆਪਦੀ ਔਲਾਦ ਨੂੰ ਕਹਿਣਾ। ਕਿਉਂਕਿ ਥੂਹੀ ਸਾਹਿਬ ਸਾਨੂੰ ਇੰਨਾ ਵੱਡਾ ਝਟਕਾ ਲੱਗਿਆ ਕਿ ਜਿੰਨਾ ਝਟਕਾ ਲੱਗਿਆ ਸਾਨੂੰ ਇਹ ਕਲਾਕਾਰ ਨੂੰ ਲੱਗਾ, ਜਿਹੜੀ ਐਂਟਰਟੇਨਮੈਂਟ ਹੈ, ਜਿਹੜਾ ਸਾਡੇ ਸਮਾਜ ਦਾ ਸ਼ੀਸ਼ਾ ਹੈ, ਜਿਹੜੇ ਕਿ ਸਮਿਆਂ ਦੇ ਵਿੱਚ ਰਾਜੇ ਮਹਾਰਾਜਿਆਂ ਦੇ ਸਮਿਆਂ ਵਿੱਚ ਗਵਈਏ, ਦਰਬਾਰ ਦੇ ਗਵਈਏ ਹੁੰਦੇ ਸੀ, ਤੇ ਹੁਣ ਕੀ ਸਰਕਾਰਾਂ ਨਹੀਂ ਹੈਗੀਆਂ, ਹੁਣ ਅਸੀਂ ਗਵਈਏ ਨਹੀਂ ਹੈਗੇ। ਸਾਡਾ ਬਿਲਕੁਲ ਵੀ ਉਹਨਾਂ ਨੇ ਖਿਆਲ ਨਹੀਂ ਕੀਤਾ, ਤੇ ਬੜੇ ਦੁੱਖ ਦੀ ਗੱਲ ਹੈ। ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਨੂੰ? ਅਸੀਂ ਮੌਕੇ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਮਾੜਾ ਮੋਟਾ ਖਿਆਲ ਕਰੋ ਸਾਡੇ ਕਲਾਕਾਰਾਂ ਦਾ, ਸਾਡੇ ਗੀਤਕਾਰਾਂ ਦਾ, ਜਿਹੜਾ ਕਲਾ ਨਾਲ ਜੁੜਿਆ ਉਹਨਾਂ ਦਾ। ਤੁਸੀਂ ਜੇ ਬਾਹਲਾ ਨਹੀਂ ਤਾਂ ਕੋਈ ਮਾਲੀ ਪੱਤਾ ਤਾਂ ਲਾਓ। ਤੁਸੀਂ ਹਰ ਨੂੰ ਤੁਸੀਂ ਵਜ਼ੀਫੇ ਦਿੰਦੇ ਹੋ, ਤੁਸੀਂ ਹਰ ਨੂੰ ਪੈਨਸ਼ਨਾਂ ਲਾਈਆਂ ਨੇ, ਵੀ ਤੁਹਾਡਾ ਫਰਜ਼ ਨਹੀਂ ਬਣਦਾ? ਕਲਾਕਾਰ ਸਮਾਜ ਦਾ ਸਮਾਇਆ ਹੁੰਦਾ ਹੈ, ਸਰਮਾਇਆ ਹੁੰਦਾ ਹੈ, ਕਲਾਕਾਰ ਦਾ ਸ਼ੀਸ਼ਾ ਹੁੰਦਾ ਹੈ। ਕਲਾਕਾਰ ਤਾਂ ਸਭ ਦੀ ਸੁੱਖ ਮੰਗਦੇ ਆ, ਵੀ ਤੁਸੀਂ ਕਲਾਕਾਰ ਦੇ ਦੁੱਖ ਝੱਲਣੇ ਪੈ ਗਏ। ਬਹੁਤ ਦੁੱਖ ਦੀ ਗੱਲ ਹੈ ਇਹ, ਸਰਕਾਰਾਂ ਜਿਹੜੀਆਂ ਕਿ ਬਿਲਕੁਲ ਵੀ ਖਿਆਲ ਨਹੀਂ ਕਰਦੀਆਂ। ਸੋ ਗਾਇਕ ਤੇ ਗੀਤਕਾਰਾਂ ਦਾ ਸਰਕਾਰ ਨੂੰ ਵੀ ਅਪੀਲ ਹੈ ਕਿ ਜਿਨ੍ਹਾਂ ਨੇ ਵਿਰਸਾ ਸੰਭਾਲਿਆ ਹੋਇਆ, ਲੋਪ ਹੋ ਰਹੀ ਵਿਰਾਸਤ ਨੂੰ ਜਿਨ੍ਹਾਂ ਨੇ ਸੰਭਾਲਿਆ ਹੋਇਆ, ਜਾਂ ਜਿਹੜੇ ਅੱਛੇ ਗੀਤਕਾਰ ਨੇ, ਗਾਇਕ ਨੇ, ਸਰਕਾਰਾਂ ਨੇ ਇਸ ਪੱਖ ਨੂੰ ਬਿਲਕੁਲ ਅਣਗੌਲਿਆ ਕੀਤਾ ਹੋਇਆ ਹੈ। ਸਰਕਾਰ ਨੂੰ ਚਾਹੀਦਾ ਕਿ ਇਸ ਤਰ੍ਹਾਂ ਦਾ ਕੋਈ ਬੋਰਡ ਬਣਾ ਕੇ ਜਿਹੜੀ ਸਾਡੀ ਵਿਰਾਸਤ ਹੈ, ਵਿਰਸਾ ਹੈ, ਉਸ ਨੂੰ ਸੰਭਾਲਿਆ ਜਾਵੇ, ਤਾਂ ਕਿ ਸਾਡੀ ਆਉਣ ਵਾਲੀਆਂ ਨਸਲਾਂ ਨੂੰ ਇਹ ਪਤਾ ਲੱਗ ਸਕੇ ਕਿ ਸਾਡਾ ਵਿਰਸਾ ਕੀ ਸੀ। ਸੋ ਮੈਨੂੰ ਗੁਰਤੇਜ ਥੂਹੀ ਨੂੰ ਦਿਓ ਇਜਾਜ਼ਤ। ਧੰਨਵਾਦ।